उस डिजायर ਨੂੰ ਪੂਰਾ ਕਰਨ ਦੇ ਲਈ ਸਾਡੇ ਕੋਲ ਮਨੀ ਦਾ ਹੋਣਾ ਜ਼ਰੂਰੀ ਆ। ਐਂਡ ਦ ਥਰਡ ਇਜ਼ ਵਿਲਿੰਗਨੈਸ। ਕਹਿੰਦੇ ਵਿਲਿੰਗਨੈਸ ਕੀ ਆ, ਜਿਵੇਂ ਆਪਾਂ ਕਹਿੰਦੇ ਨੇ ਵਿਲਿੰਗਨੈਸ ਟੂ ਸਪੈਂਡ ਦਾ ਮਨੀ, ਕਿ ਅਸੀਂ ਉਸ ਧਨ ਨੂੰ ਖਰਚ ਕਰਨ ਦੀ ਤਤਪਰਤਾ ਵੀ ਦਿਖਾਉਂਦੇ ਆ। ਐਂਡ ਫਿਰ ਉਸ ਤੋਂ ਬਾਅਦ ਹੈ ਸਾਡਾ फोर्थ पॉइंट रिलेशनशिप बिटवीन द प्राइस एंड क्वांटिटी डिमांडर्स। कहते डिफरेंट प्राइसेस से डिफरेंट क्वांटिटीज ਨੂੰ ਕੀ ਕੀਤਾ ਜਾਂਦਾ ਹੈ, ਬਾਏ ਕੀਤਾ ਜਾਂਦਾ ਹੈ। ਰਿਲੇਸ਼ਨਸ਼ਿਪ ਆਫ ਟਾਈਮ ਐਂਡ ਦ ਕੁਆਂਟੀਟੀ ਆਫ ਦ ਕਮੋਡਿਟੀ ਡਿਮਾਂਡਡ। ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ, ਵਸਤੂ ਦੀ ਡਿਮਾਂਡ ਨੂੰ ਜਿਹੜੇ ਇਹ 5 ਫੈਕਟਰਸ ਨੇ ਇਹ ਆਉਂਦੇ ਨੇ ਇਹਦੇ ਵਿੱਚ। ਤਾਂ ਵਟ ਇਜ਼ ਡਿਮਾਂਡ? ਡਿਮਾਂਡ ਦੇ ਵਿੱਚ ਕੀ ਆ? ਫਰਸਟਲੀ ਕਹਿੰਦੇ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਮੀਨਸ ਡਿਜ਼ਾਇਰ ਹੋਣੀ ਚਾਹੀਦੀ ਹੈ। ਵਸਤੂ ਉਸ ਇੱਛਾ ਨੂੰ ਪੂਰਾ ਕਰਨ ਦੇ ਲਈ ਧਨ ਮੀਨਸ ਵੈਲਥ ਦਾ ਹੋਣਾ ਜ਼ਰੂਰੀ ਆ। ਧਨ ਖਰਚਣ ਦੇ ਲਈ ਤਤਪਰਤਾ ਵੀ ਹੋਣੀ ਚਾਹੀਦੀ ਹੈ। ਵਸਤੂ ਦੀ ਮਾਤਰਾ ਤੇ ਕੀਮਤ ਦੇ ਵਿੱਚ ਕੀ ਹੁੰਦਾ ਹੈ? ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ। ਐਂਡ ਉਸ ਤੋਂ ਬਾਅਦ ਮੰਗ ਦੀ ਮਾਤਰਾ ਦਾ ਸਮੇਂ ਦੇ ਨਾਲ ਸੰਬੰਧ। ਕਿਸੇ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਕੀ ਕਰਦੇ ਅਸੀਂ ਕਿਸੇ ਇੱਕ ਗੁੱਡ ਦੀਆਂ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਕੁਆਂਟੀਟੀਜ਼ ਨੂੰ ਕੀ ਕਰਦੇ ਆ? ਬਾਏ ਕਰਦੇ ਆ। ਤਾਂ ਦਿਸ ਇਜ਼ ਦਾ ਡਿਮਾਂਡ। ਐਂਡ ਉਸ ਤੋਂ ਬਾਅਦ ਹੈ ਟਾਈਪਸ ਆਫ ਡਿਮਾਂਡ। ਕਹਿੰਦੇ ਜਿਹੜੀਆਂ ਡਿਮਾਂਡ ਦੀਆਂ ਟਾਈਪਸ ਨੇ ਉਹ ਡਿਫਰੈਂਟ ਹੁੰਦੀਆਂ ਨੇ। ਤਾਂ ਮੰਗ ਦੇ ਸਿਧਾਂਤ ਦੇ ਵਿੱਚ ਆਪਾਂ ਕੀ ਦੇਖਾਂਗੇ? ਮੰਗ ਦੇ ਅਰਥ ਜੋ ਕਿ ਤੁਸੀਂ ਦੇਖ ਚੁੱਕੇ ਹੋ, ਮੀਨਿੰਗ ਆਫ ਡਿਮਾਂਡ ਐਂਡ ਮੰਗ ਦਾ ਨਿਯਮ, ਲਾ ਆਫ ਡਿਮਾਂਡ। ਮੰਗ ਵਕਤ ਦਾ ਢਲਾਨ ਰਿਣਾਤਮਕ ਕਿਉਂ ਹੁੰਦਾ ਹੈ? ਲੈਫਟ ਰਾਈਟ ਡਾਊਨਵਰਡ ਕਿਉਂ ਹੁੰਦਾ ਹੈ? ਮੰਗ ਦੇ ਨਿਰਧਾਰਿਤ ਤੱਤ ਕਿਹੜੇ ਨੇ? ਮੰਗ ਦਾ ਵਿਸਥਾਰ ਤੇ ਸੰਕੁਚਨ ਕੀ ਹੁੰਦਾ ਹੈ? ਮੰਗ ਵਿੱਚ ਵਾਧਾ ਤੇ ਕਮੀ, ਡਿਕਰੀਜ਼ ਐਂਡ ਇਨਕਰੀਜ਼ ਇਨ ਡਿਮਾਂਡ। ਐਂਡ ਆਪਸੀ ਸੰਬੰਧਿਤ ਮੰਗ ਕੀ ਹੁੰਦੀ ਆ? ਕ੍ਰਾਸ ਡਿਮਾਂਡ ਕੀ ਹੁੰਦੀ ਆ? ਐਂਡ ਉਸ ਤੋਂ ਬਾਅਦ ਹੈ ਮੰਗ ਦੀ ਪਰਿਭਾਸ਼ਾ। ਡਾਕਟਰ ਵੀਰਾ ਨੇ ਵੀ ਮੰਗ ਦੀ ਡੈਫੀਨੇਸ਼ਨ ਦਿੱਤੀ ਹੈ। ਤਾਂ ਉਹਨਾਂ ਨੇ ਕਿਹਾ ਹੈ ਕਿ ਮੰਗ ਕਿਸੇ ਪਦਾਰਥ ਦੀ ਉਹ ਮਾਤਰਾ ਹੈ ਜੋ ਇੱਕ ਸਮੇਂ ਵਿੱਚ ਦਿੱਤੀ ਹੋਈ ਕੀਮਤ ਤੇ ਖਰੀਦੀ ਜਾਏਗੀ। ਕਹਿੰਦੇ ਡਿਮਾਂਡ ਉਹ ਕੁਆਂਟੀਟੀ ਹੈ ਜਿਸ ਨੂੰ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਆਪਾਂ ਇੱਕ ਫਿਕਸਡ ਪ੍ਰਾਈਸ ਤੇ ਕੀ ਕਰ ਲੈਂਦੇ ਆ? ਬਾਏ ਕਰ ਲੈਂਦੇ ਆ। ਐਂਡ ਮੰਗ ਦੀਆਂ ਕਿਸਮਾਂ, ਕਹਿੰਦੇ ਜਿਹੜੀ ਡਿਮਾਂਡ ਹੈ ਉਹਦੀਆਂ 3 ਟਾਈਪਸ ਨੇ। ਉਹਨਾਂ ਦੇ ਵਿੱਚੋਂ ਫਰਸਟ ਹੈ ਪ੍ਰਾਈਸ ਡਿਮਾਂਡ, ਐਂਡ ਸੈਕੰਡ ਹੈ ਇਨਕਮ ਡਿਮਾਂਡ, ਐਂਡ ਥਰਡ ਹੈ ਕ੍ਰਾਸ ਡਿਮਾਂਡ। ਇਹ ਜਿਹੜੀਆਂ ਨੇ ਡਿਮਾਂਡ ਦੀਆਂ ਟਾਈਪਸ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਾਟ ਇਜ਼ ਪ੍ਰਾਈਸ ਡਿਮਾਂਡ, ਜਿਹਨੂੰ ਆਪਾਂ ਕੀਮਤ ਮੰਗ ਕਹਿੰਦੇ ਹਾਂ। ਕਿ ਪ੍ਰਾਈਸ ਡਿਮਾਂਡ ਹੈ ਕੀ? ਕਹਿੰਦੇ ਪ੍ਰਾਈਸ ਡਿਮਾਂਡ ਕੀ ਦੱਸਦੀ ਹੈ ਸਾਨੂੰ? ਪ੍ਰਾਈਸ ਡਿਮਾਂਡ ਸਾਨੂੰ ਦੱਸਦੀ ਆ ਰਿਲੇਸ਼ਨਸ਼ਿਪ ਬਿਟਵੀਨ ਦਾ ਓਨ ਪ੍ਰਾਈਸ ਆਫ ਦਾ ਗੁੱਡਸ ਐਂਡ ਇਟਸ ਡਿਮਾਂਡ। ਕਿਸੇ ਵੀ ਗੁੱਡ ਦੀ ਡਿਮਾਂਡ ਤੇ ਉਹਦੇ ਖੁਦ ਦੇ ਪ੍ਰਾਈਸ ਦੇ ਵਿੱਚ ਜੋ ਵੀ ਰਿਲੇਸ਼ਨਸ਼ਿਪ ਹੈ ਉਹ ਸਾਨੂੰ ਪ੍ਰਾਈਸ ਡਿਮਾਂਡ ਦੇ ਥਰੂ ਪਤਾ ਲੱਗਦਾ ਹੈ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ ਹੈ? ਕਹਿੰਦੇ ਕੁਆਂਟੀਟੀ ਆਫ ਅ ਗੁੱਡ ਵਿਲ ਬੀ ਡਿਮਾਂਡਡ ਐਟ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਕੁਆਂਟੀਟੀਜ਼ ਨੇ ਜਿਹੜੀਆਂ ਆਪਾਂ ਕਿਸੇ ਵੀ ਗੁੱਡ ਦੀਆਂ ਕੀ ਕਰਦੇ ਆ? ਬਾਏ ਕਰਦੇ ਆ। ਕਹਿੰਦੇ ਪ੍ਰਾਈਸ ਡਿਮਾਂਡ ਆ ਜਿਹੜਾ ਉਹ ਆਲਸੋ ਇੱਕ ਇਕੁਏਸ਼ਨਸ ਦੇ ਦੁਆਰਾ ਜਿਹੜਾ ਹੈ ਉਹ ਦਿਖਾਇਆ ਜਾਂਦਾ ਹੈ। ਜਿਵੇਂ ਕਿ ਆਪਾਂ ਲਿਖਾਂਗੇ ਪ੍ਰਾਈਸ ਆਫ ਗੁੱਡ ਐਕਸ ਪੀ ਐਕਸ ਇਜ਼ ਇਕੁਅਲ ਟੂ ਜਿਹੜਾ ਹੈ ਫੰਕਸ਼ਨ ਕਿਸ ਚੀਜ਼ ਦਾ ਹੈ? ਡਿਮਾਂਡ ਫॉर ਗੁੱਡ ਐਕਸ ਦਾ ਹੈ। ਤਾਂ ਆਪਾਂ ਕਹਿ ਸਕਦੇ ਕਿ ਜਿਹੜੀ ਡਿਮਾਂਡ ਫॉर ਗੁੱਡ ਐਕਸ ਹੈ ਡੀ ਐਕਸ ਇਜ਼ ਇਕੁਅਲ ਟੂ ਫੰਕਸ਼ਨ ਆਫ ਪ੍ਰਾਈਸ ਆਫ ਗੁੱਡ ਐਕਸ। ਜਿਹੜੀ ਐਕਸ ਗੁੱਡ ਦੀ ਡਿਮਾਂਡ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ? ਐਕਸ ਗੁੱਡ ਦੀ ਪ੍ਰਾਈਸ ਤੇ ਡਿਪੈਂਡ ਕਰਦੀ ਹੈ। ਐਕਸ ਗੁੱਡ ਦੀ ਪ੍ਰਾਈਸ ਦਾ ਕੀ ਹੈ? ਫੰਕਸ਼ਨ ਹੈ। ਤਾਂ dx is equal to fpx ਆਏਗਾ। ਤਾਂ ਜਿਹੜੀ ਪ੍ਰਾਈਸ ਡਿਮਾਂਡ ਹੈ ਇਹ ਸਾਨੂੰ ਦੱਸਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਐਂਡ ਕੁਆਂਟੀਟੀ ਆਫ ਅ ਗੁੱਡ, ਜਿਹੜੀ ਅਸੀਂ ਕੀ ਕਰਦੇ ਆ? ਬਾਏ ਕਰਦੇ ਆ। ਤਾਂ ਜਿਹੜੀ ਪ੍ਰਾਈਸ ਆ ਐਂਡ ਜਿਹੜੀ ਐਕਸ ਗੁੱਡ ਦੀ ਪ੍ਰਾਈਸ ਆ ਤੇ ਜਿਹੜੀ ਐਕਸ ਗੁੱਡ ਦੀ ਡਿਮਾਂਡ ਆ ਉਹਨਾਂ ਦੇ ਵਿੱਚ ਕੀ ਹੁੰਦਾ ਹੈ? ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ। ਇਨਵਰਸ ਰਿਲੇਸ਼ਨਸ਼ਿਪ ਦਾ ਮਤਲਬ ਹੈ ਕਹਿੰਦੇ ਜਦੋਂ ਪ੍ਰਾਈਸਿਸ ਡਿਕਰੀਜ਼ ਹੁੰਦੀਆਂ ਨੇ ਕਿਸੇ ਗੁੱਡ ਦੀਆਂ ਤਾਂ ਉਸ ਗੁੱਡ ਦੀ ਜਿਹੜੀ ਡਿਮਾਂਡ ਹੈ ਉਹ ਇਨਕਰੀਜ਼ ਹੁੰਦੀ ਹੈ। ਅਗਰ ਕਿਸੇ ਗੁੱਡ ਦੀ ਜਿਹੜੀ ਪ੍ਰਾਈਸਿਸ ਹੈ ਉਹ ਇਨਕਰੀਜ਼ ਹੁੰਦੀਆਂ ਨੇ ਤਾਂ ਐਕਸ ਗੁੱਡ ਦੀ ਜਿਹੜੀ ਡਿਮਾਂਡ ਹੈ ਉਹ ਹੁੰਦੀ ਹੈ? ਡਿਕਰੀਜ਼ ਹੁੰਦੀ ਆ। ਤੇ ਕਹਿੰਦੇ ਅਦਰ ਥਿੰਗਸ ਬੀਇੰਗ ਕਨਸਟੈਂਟ, ਜਦੋਂ ਕਹਿੰਦੇ ਕੰਜ਼ਿਊਮਰ ਦੀ ਇਨਕਮ, ਟੇਸਟ, ਪ੍ਰੈਫਰੈਂਸ, ਠੀਕ ਹੈ, ਐਂਡ ਕ੍ਰਾਸ ਜਿਹੜੀ ਗੁੱਡਸ ਹੈ ਉਹਨਾਂ ਦੀ ਡਿਮਾਂਡ ਉਹਨਾਂ ਦਾ ਕੋਈ ਇਫੈਕਟ ਨਾ ਪਵੇ ਡਿਮਾਂਡ ਤੇ, ਸਿਰਫ ਕਹਿੰਦੇ ਪ੍ਰਾਈਸ ਦੇ ਥਰੂ ਜਿਹੜੀ ਹੈ ਡਿਮਾਂਡ ਇਨਕਰੀਜ਼ ਡਿਕਰੀਜ਼ ਹੁੰਦੀ ਹੈ ਤਦ ਉਹਨੂੰ ਪ੍ਰਾਈਸ ਡਿਮਾਂਡ ਕਹਿੰਦੇ ਆ। ਤੇ ਪ੍ਰਾਈਸ ਤੇ ਆਪਣੀ ਜਿਹੜੀ ਡਿਮਾਂਡ ਆ ਉਹਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਹੁੰਦਾ ਹੈ। ਇਹਨਾਂ ਨੂੰ ਲਾਅ ਆਫ ਡਿਮਾਂਡ ਵੀ ਕਹਿੰਦੇ ਆ ਜੋ ਆਪਾਂ ਅੱਗੇ ਜਾ ਕੇ ਪੜਾਂਗੇ। ਐਂਡ ਦ ਸੈਕੰਡ ਇਜ਼ ਆ ਆਮਦਨ ਮੰਗ, ਜਿਹਨੂੰ ਆਪਾਂ ਇਨਕਮ ਡਿਮਾਂਡ ਕਹਿੰਦੇ ਆ। ਹੁਣ ਜਿਹੜੀ ਸਾਡੀ ਇਨਕਮ ਦਾ ਡਿਮਾਂਡ ਹੈ ਉਹ ਸਾਨੂੰ ਕੀ ਦੱਸਦੀ ਆ? ਅਦਰ ਥਿੰਗਸ ਬੀਇੰਗ ਕਨਸਟੈਂਟ। ਜਦੋਂ ਅਦਰ ਥਿੰਗਸ ਕਨਸਟੈਂਟ ਹੁੰਦੀਆਂ ਨੇ, ਗੁੱਡਸ ਦਾ ਪ੍ਰਾਈਸ, ਟੇਸਟ, ਪ੍ਰੈਫਰੈਂਸ ਸਭ ਕੁਝ ਕਨਸਟੈਂਟ ਹੁੰਦਾ, ਓਨਲੀ ਕਹਿੰਦੇ ਡਿਮਾਂਡ ਐਕਸਪ੍ਰੈਸ ਕਰਦੀ ਹੈ ਸਾਨੂੰ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਕਮ ਐਂਡ ਡਿਮਾਂਡ, ਕਿ ਇਨਕਮ ਤੇ ਡਿਮਾਂਡ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ, ਕਿ ਇਨਕਮ ਦਾ ਡਿਮਾਂਡ ਤੇ ਕੀ ਇਫੈਕਟ ਪਏਗਾ।
कि ਜਿਹੜੇ ਹੈ ਡਿਫਰੈਂਟ ਜਿਹੜੇ ਲੈਵਲ ਆਫ ਇਨਕਮਸ ਨੇ ਉਹਨਾਂ ਤੇ ਜਿਹੜਾ ਆਪਣਾ ਕੰਜ਼ਿਊਮਰ ਹੈ ਉਹ ਐਕਸ ਗੁੱਡ ਦੀਆਂ ਕਿੰਨੀਆਂ ਕੁਆਂਟੀਟੀਜ਼ ਨੂੰ ਕੀ ਆ ਬਾਈ ਕਰੇਗਾ। ਦਿਸ ਇਜ਼ ਦਾ ਇਨਕਮ ਡਿਮਾਂਡ ਫੰਕਸ਼ਨ। ਤਾਂ ਇਨਕਮ ਡਿਮਾਂਡ ਫੰਕਸ਼ਨ ਨੂੰ ਆਪਾਂ ਕਿੱਦਾਂ ਦਿਖਾ ਸਕਦੇ ਹਾਂ ਕਿ ਇਹਦੀ ਇਕੁਏਸ਼ਨ ਕੀ ਹੋਏਗੀ। ਤਾਂ ਇਹਦੀ ਇਕੁਏਸ਼ਨ ਹੋਏਗੀ ਡਿਮਾਂਡ ਫॉर ਗੁੱਡ ਐਕਸ ਮੀਨਸ ਡੀ ਐਕਸ ਇਜ਼ ਇਕੁਅਲ ਟੂ ਫੰਕਸ਼ਨ ਆਫ इनकम मीन्स वाई। फंक्शन ऑफ की है वाई है, इनकम का फंक्शन है। डिमांड फॉर गुड एक्स मीन्स डिमांड फॉर गुड एक्स है जी वो इनकम ते भी डिपेंड करती है। ਤੇ ਜਿਹੜੀ ਕਹਿੰਦੀ ਡਿਮਾਂਡ ਫॉर ਗੁੱਡ ਐਕਸ ਆ ਤੇ ਜਿਹੜੀ ਕੰਜ਼ਿਊਮਰ ਦੀ ਇਨਕਮ ਆ ਉਹਦੇ ਵਿੱਚ ਕੀ ਹੁੰਦਾ ਹੈ ਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਹੈ। ਡਾਇਰੈਕਟ ਫੰਕਸ਼ਨ ਹੈ। ਡਾਇਰੈਕਟ ਰਿਲੇਸ਼ਨਸ਼ਿਪ ਦਾ ਮਤਲਬ ਕੀ ਹੁੰਦਾ ਹੈ ਜਦੋਂ ਕੰਜ਼ਿਊਮਰ ਦੀ ਇਨਕਮ ਇਨਕਰੀਜ਼ ਹੋਏਗੀ ਤਾਂ ਉਸ ਦੇ ਥਰੂ ਐਕਸ ਗੁੱਡ ਦੀ ਜਿਹੜੀ ਡਿਮਾਂਡ ਆ ਉਹ ਵੀ ਇਨਕਰੀਜ਼ ਹੋਏਗੀ। ਜਦੋਂ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਹੋਏਗੀ ਤਾਂ ਐਕਸ ਗੁੱਡ ਦੀ ਜਿਹੜੀ डिमांड भी की होएगी डिक्रीज होएगी इन द केस ऑफ नॉर्मल गुड्स। अगर नॉर्मल गुड्स ने व्हाट इन द केस ऑफ गिफन गुड्स के केस दे विच की होएगा इन्हां दा जिहड़ा रिलेशन है इनकम ते डिमांड फॉर गिफन गुड्स की होएगा नैगेटिव होएगा। जदों जिहड़े गिफन ते इंफीरियर गुड्स ने घटिया किस्म दी वस्तुआं हुंदियां ने। गिफन गुड्स के केस दे विच अगर कंज्यूमर्स की इनकम इंक्रीज हुंदी आ तो गिफन गुड्स की डिमांड को घटा देता है, उसकी जगह नॉर्मल गुड्स की डिमांड को इनक्रीज कर देता है। दूसरी तरफ अगर कंज्यूमर्स की इनकम डिक्रीज होंगी है तो जो गिफन गुड्स ने उन्होंने डिमांड उन्होंने की कर दिता इनक्रीज कर दिता। तो इन द केस ऑफ गिफन गुड्स कंज्यूमर की इनकम ते डिमांड दे विच इनवर्स रिलेशनशिप होएगा। बट इन द केस ऑफ नॉर्मल गुड्स कंज्यूमर की इनकम ते गुड्स की डिमांड दे विच पॉजिटिव रिलेशनशिप होएगा। एंड द नेक्स्ट इज अ क्रॉस डिमांड। कहते क्रॉस डिमांड की हुंदी आ अदर थिंग्स बीइंग कांस्टेंट। कहते जो बाकी गल्लां समान रहन ते की हुंदा है क्रॉस डिमांड एक्सप्रेस द रिलेशनशिप बिटवीन डिमांड फॉर गुड एक्स ड्यू टू चेंज इन प्राइस ऑफ इट्स रिलेटेड गुड्स वाई। मतलब एक्स एंड वाई टू गुड्स ने जो कहते एक गुड का प्राइसिस इंक्रीज डिक्रीज हो जाता है तो वो थ्रू जी दूसरी गुड है वो डिमांड से अफैक्ट पैंता है। तो किस केस के होंगे ये होंगे सबस्टिट्यूशन गुड्स या कॉम्पलीमेंटरी गुड्स के केस के। तो क्रॉस डिमांड के कॉम्पलीमेंटरी तो सबस्टिट्यूशन गुड्स आउणगियां। तो सबस्टिट्यूशन गुड्स की होंगे टी एंड कॉफी होंगे, ठीक है, जिन्होंने आप एक दूसरे की जगह पर सबस्टिट्यूट कर सकते हैं। एंड कॉम्पलीमेंटरी गुड्स की होंगे जिहड़ियां पूरक वस्तुआं होंदियां ने एक दूसरे को मिलकर की होंदियां ने पूरियां होंदियां ने काम करदियां ने। जिवें कि कार ते पेट्रोल हो गया, पेन एंड इंक हो गया। तो इन्हां दे केसिस दे विच भी जिहड़ी अपनी डिमांड है वो अफैक्ट होएगी थ्रू द प्राइस ऑफ अदर गुड्स। जिवें कि फॉर एग्जांपल ਇਹਦੇ ਵਿੱਚ ਫੰਕਸ਼ਨ ਕੀ ਆ ਕਹਿੰਦੇ ਜਿਹੜੀ ਡਿਮਾਂਡ ਫॉर ਐਕਸ ਗੁੱਡ ਹੈ ਉਹ ਕਿਸ ਚੀਜ਼ ਦਾ ਫੰਕਸ਼ਨ ਹੈ ਪ੍ਰਾਈਸ ਆਫ ਵਾਈ ਗੁੱਡ। ਕਿ ਜਿਹੜੀ ਵਾਈ ਗੁੱਡ ਦੀ ਪ੍ਰਾਈਸ ਹੈ ਉਸ ਤੇ ਐਕਸ ਗੁੱਡ ਦੀ ਜਿਹੜੀ ਡਿਮਾਂਡ ਆ ਉਹ ਡਿਪੈਂਡ ਕਰਦੀ ਆ। ਫॉर एग्जांपल सबस्टिट्यूशन गुड्स ने लाइक टी एंड कॉफी आ, ठीक है। अगर कहते टी की प्राइसिस इनक्रीज हो जाती है तो ਉਹਦੇ ਨਾਲ ਕੀ ਹੈ टी की डिमांड है ਜਿਹੜੀ डिक्रीज हो जाएगी। लोग टी की जगह पे की करनगे कॉफी ਨੂੰ ਲੈਣਾ पसंद करनगे तो कॉफी की प्राइसिस की हो जाएंगी इनक्रीज हो जाएंगी। तो इस तरह कॉम्पलीमेंटरी गुड्स के केस के भी होएगा। कॉम्पलीमेंटरी गुड्स जिवें कि कार एंड पेट्रोल हो गया। अगर एक चीज़ की जी प्राइस है इनक्रीज हो जाएगी तो इस नाल दूसरी चीज़ की जी डिमांड की हो जाएगी डिक्रीज हो जाएगी। तो क्रॉस डिमांड है जी उसके थ्रू भी एक्स गुड की प्राइसिस इनक्रीज डिक्रीज होने नाल वाई गुड की जी डिमांड उत्ते की होएगा अफैक्ट पाएगा। दिस इज द टाइप्स ऑफ डिमांड। एंड उस तो बाद नेक्स्ट है लॉ ऑफ डिमांड। दिस इज द इंपॉर्टेंट क्वेश्चन। मोस्टली आ जाता है कि व्हाट इज लॉ ऑफ डिमांड। कहते लॉ ऑफ डिमांड की दसदा है अदर थिंग्स बीइंग इक्वल कि अदर थिंग्स ने जिहड़ियां जिन्हां दे थ्रू डिमांड अफैक्ट हुंदी है, चाहे क्रॉस डिमांड है, चाहे अपनी इनकम के थ्रू आ, चाहे टेस्ट एंड प्रेफरेंस के थ्रू आ, ठीक है, चाहे फ्यूचर एक्सपैक्टेशन से थ्रू आ। कहते उन्हां दे विच कोई भी चेंज नहीं गा अगर डिमांड फॉर अ गुड एक्सटेंड विद द फॉल इन इट्स ओन प्राइस and contracts with rise in its own price। कि other things being equal रहन दे करके नाल अगर किसी भी गुड दे प्राइसेस इंक्रीज होने दे नाल उदी डिमांड इंक्रीज डिक्रीज हो जाती है, कॉन्ट्रैक्ट हुंदी है या एक्सटेंड हुंदी है, तो इट इज कॉल्ड लॉ ऑफ डिमांड। कहते लॉ ऑफ डिमांड दे विच की है इनवर्स रिलेशनशिप आ बिटवीन द प्राइस ऑफ एक्स गुड एंड डिमांड फॉर एक्स गुड।
ਤਾਂ ਤੁਸੀਂ ਇੱਥੇ ਫੰਕਸ਼ਨ ਵੀ ਦੇਖ ਸਕਦੇ ਹੋ, ਇਕੁਏਸ਼ਨਸ ਵੀ ਦੇਖ ਸਕਦੇ ਹੋ ਕਿ ਜਿਹੜੀ ਹੈ ਡਿਮਾਂਡ ਫॉर x ਗੁੱਡ ਇਜ਼ ਇਕੁਅਲ ਟੂ ਫੰਕਸ਼ਨ ਆਫ ਪ੍ਰਾਈਸ ਆਫ x ਗੁੱਡ, ਪ੍ਰਾਈਸ ਆਫ ਰਿਲੇਟਡ ਗੁੱਡਸ, ਇਨਕਮ ਐਂਡ ਟੇਸਟ ਐਂਡ ਪ੍ਰੈਫਰੈਂਸ। ਇੱਥੇ ਕੀ ਬੋਲਿਆ ਕਿ ਅਦਰ ਥਿੰਗਸ ਬੀਇੰਗ ਕਾਂਸਟੈਂਟ, ਕਿ ਜਿਹੜੀਆਂ ਅਦਰ ਥਿੰਗਸ ਨੇ ਲਾਈਕ ਜਿਵੇਂ ਕਿ ਪ੍ਰਾਈਸ ਆਫ x ਗੁੱਡ PR ਹੋ ਗਿਆ, ਕੰਜ਼ਿਊਮਰ ਦੀ ਇਨਕਮ ਜਿਵੇਂ ਕਿ Y ਹੋ ਗਿਆ, ਐਂਡ ਟੇਸਟ ਐਂਡ ਪ੍ਰੈਫਰੈਂਸ ਆਫ ਕੰਜ਼ਿਊਮਰ ਜਿਵੇਂ ਕਿ T ਹੋ ਗਿਆ। ਇਹ ਤਿੰਨੋਂ ਚੀਜ਼ਾਂ ਕੀ ਨੇ, ਕਾਂਸਟੈਂਟ ਨੇ, ਇਹਨਾਂ ਦੇ ਉੱਪਰ ਬਾਰ ਹੈ, ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋ ਰਿਹਾ। ਅਗਰ ਸਿਰਫ ਪ੍ਰਾਈਸ ਆਫ ਗੁੱਡ x ਮੀਨਸ PX ਚੇਂਜ ਹੋ ਰਹੀ ਹੈ, एक्स गुड की प्राइस चेंज हो रही है तो एक्स गुड की डिमांड पे की इफेक्ट पेगा। एक्स गुड की प्राइसिस इंक्रीज होने दे नाल एक्स गुड की डिमांड डिक्रीज हो जाएगी, एक्स गुड की प्राइसिस डिक्रीज होने दे नाल एक्स गुड की डिमांड इंक्रीज हो जाएगी। इन्हां दे विच इनवर्स रिलेशनशिप है। तो तुसी कह सकते हो अकॉर्डिंग टू प्रोफैसर बिलास की डेफिनेशन है, ਮੰਗ ਦੀ ਨਿਯਮ ਦੇ ਅਨੁਸਾਰ ਹੋਰ ਦੂਜੀਆਂ ਗੱਲਾਂ ਸਮਾਨ ਰਹਿਣ ਤੇ ਹੋਰ ਦੂਜੀਆਂ ਗੱਲਾਂ ਜਿਵੇਂ ਕਿ PR Y ਐਂਡ T, ਪ੍ਰਾਈਸ ਆਫ ਰਿਲੇਟਡ ਗੁੱਡਸ, ਕੰਜ਼ਿਊਮਰਸ ਦੀ ਇਨਕਮ, ਟੇਸਟ ਐਂਡ ਪ੍ਰੈਫਰੈਂਸ, ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂਗਾ, ਸਿਰਫ ਕਹਿੰਦੇ ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲ। ਤੇ ਇਹ ਸਮਾਨ ਰਹਿਣ ਤੇ ਇੱਕ ਨਿਸ਼ਚਿਤ ਸਮੇਂ ਵਿੱਚ ਕੀਮਤ ਘੱਟ ਹੋਣ ਤੇ ਵਸਤੂ ਦੀ ਮੰਗ ਵਧੇਗੀ ਐਂਡ ਕੀਮਤ ਵੱਧ ਹੋਣ ਤੇ ਵਸਤੂ ਦੀ ਮੰਗ ਘਟੇਗੀ। ਦਿਸ ਇਜ਼ ਦਾ ਲਾ ਆਫ ਡਿਮਾਂਡ। तो ये कुछ बेसिक असम्पशनस भी ने लॉ ऑफ डिमांड दियां, तो उन्होंने विच की है कहते लॉ ऑफ डिमांड होल्ड्स गुड्स व्हेन अदर थिंग्स रिमेन्स द सेम, it means factor influencing demand other than own price of the commodity। the basic assumptions ki ne, there should be no change in the price of related goods means PR, there should no change in the income of the consumer like Y, and there should be no change in the taste and preference of the consumer like T, there should be no change in the wealth of consumers, the consumer does not expect any change in the price of the commodity in near the futures। only x good ਦੀ prices increase decrease ਹੋਣ ਦੇ ਨਾਲ x good ਦੀ ਜਿਹੜੀ demand ਆ ਉਹ ਕੀ ਹੋਏਗੀ, increase decrease ਹੋਏਗੀ। the explanation of law of demand ਕੀ ਆ, according to law of demand there is a inverse relationship between the price of own commodity and demand for a commodity। ਤਾਂ ਇਹਦੇ ਵਿੱਚ ਕੀ ਹੈ, not proportional relationship ਨਹੀਂ, ਐਦਾਂ ਨਹੀਂ ਕਿ proportional relationship ਆ, ਜਿੰਨੀ prices increase decrease ਹੋਈ ਉਨੀ demand increase decrease ਹੋਈ ਹੈ, ਘੱਟ ਵੱਧ ਵੀ increase decrease ਹੋ ਸਕਦੀ ਹੈ। ਦੈਨ ਉਸ ਤੋਂ ਬਾਅਦ ਨੈਕਸਟ ਹੈ ਮੰਗ ਦੇ ਨਿਯਮ ਦੀ ਵਿਆਖਿਆ। ਕਹਿੰਦੇ ਜਿਹੜਾ ਐਕਸਪਲੇਨੇਸ਼ਨ ਆਫ ਲਾਅ ਆਫ ਡਿਮਾਂਡ ਦੇ ਵਿੱਚ ਕੀ ਆ, ਕਹਿੰਦੇ ਇਹ ਹੈ ਕਿ ਇਨਵਰਸ ਰਿਲੇਸ਼ਨਸ਼ਿਪ ਆ। ਕਹਿੰਦੇ ਜਿਹੜਾ ਹੈ ਦ ਲਾਅ ਇਜ਼ ਐਕਸਪਲੇਨਡ ਵਿਦ ਦ ਹੈਲਪ ਆਫ ਡਿਮਾਂਡ ਸ਼ਡਿਊਲ ਐਂਡ ਲਾਅ ਡਿਮਾਂਡ ਕਰਵ। ਜਿਹੜਾ ਲਾਅ ਆਫ ਡਿਮਾਂਡ ਹੈ ਉਹਨੂੰ ਆਪਾਂ ਡਿਮਾਂਡ ਸ਼ਡਿਊਲ ਤੇ ਡਿਮਾਂਡ ਕਰਵ ਦੇ ਦੁਆਰਾ ਕੀ ਕਰ ਸਕਦੇ ਆ, ਦਿਖਾ ਸਕਦੇ ਆ। ਤਾਂ ਡਿਮਾਂਡ ਸ਼ਡਿਊਲ ਕੀ ਹੈ, demand schedule is that schedule which shows various amounts of a commodity that the consumer is ready to buy at a different possible prices of that commodity at a given time। डिमांड शेड्यूल सानू दसदा है कि किस तरह टैबुलर फॉर्म दे विच, डिमांड शेड्यूल टैबुलर फॉर्म दे विच हुंदा है, वो सानू दसदा है कि किस तरह डिफरेंट प्राइसेस होण ते जेड़ा कंज्यूमर है डिफरेंट क्वांटिटीज किसी भी गुड दी की करदा, बाय करदा। कहंदे इट हैज टू एस्पेक्ट्स। डिमांड शेड्यूल दो तरह दे हुंदे ने, एक हुंदा इंडिविजुअल डिमांड शेड्यूल, एक हुंदा इंडस्ट्री और मार्केट डिमांड शेड्यूल। ਤਾਂ ਦੇਖੋ ਇੱਕ ਤਾਂ ਇੱਕ ਸਿੰਗਲ ਇੰਡੀਵਿਜੂਅਲ ਕੰਜ਼ਿਊਮਰਸ ਦੇ ਥਰੂ ਡਿਮਾਂਡ ਹੁੰਦੀ ਹੈ ਗੁੱਡਸ ਦੀ, ਇੱਕ ਹੁੰਦੀ ਹੈ ਕਹਿੰਦੇ ਪੂਰੀ ਇੰਡਸਟਰੀ ਤੇ ਮਾਰਕੀਟ ਡਿਮਾਂਡ ਸ਼ਡਿਊਲ, ਜਿਹਦੇ ਵਿੱਚ ਟੋਟਲ ਡਿਮਾਂਡ ਹੈ ਜਿਹੜੀ ਉਹ ਦਿਖਾਈ ਜਾਂਦੀ ਆ। ਤਾਂ ਇਹ ਦੋ ਤਰ੍ਹਾਂ ਦੇ ਇੰਡੀਵਿਜੂਅਲਸ ਐਂਡ ਇੰਡਸਟਰੀ ਔਰ ਮਾਰਕੀਟ ਡਿਮਾਂਡ ਸ਼ਡਿਊਲ ਆਪਾਂ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਣਾ ਵਿਅਕਤੀਗਤ ਮੰਗ ਸੂਚੀ, ਜਿਹਨੂੰ ਆਪਾਂ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਕਹਿੰਦੇ ਆ। ਤਾਂ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਕੀ ਹੁੰਦਾ ਹੈ, individual demand schedule is defined as the table which shows quantities of a given commodities which as individuals consumer will buy at all possible prices at a given time। ਕਿ ਪ੍ਰਾਈਸਿਸ ਦਿੱਤੇ ਹੁੰਦੇ ਨੇ ਸਾਨੂੰ ਡਿਫਰੈਂਟ ਪ੍ਰਾਈਸਿਸ, ਉਹਨਾਂ ਦੇ ਥਰੂ ਜਿਹੜਾ ਕੰਜ਼ਿਊਮਰ ਹੈ ਉਹ ਕਿਸੇ ਵੀ ਗੁੱਡ ਦੀ ਡਿਫਰੈਂਟ ਕੁਆਂਟੀਟੀਜ਼ ਨੇ ਜਿਹੜੀਆਂ ਉਹਨਾਂ ਨੂੰ ਬਾਏ ਕਰਦਾ ਹੈ। ਇੱਕ ਵਿੱਚ ਵਿਅਕਤੀਗਤ ਮੰਗ ਸੂਚੀ ਦੇ ਵਿੱਚ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਦੇ ਵਿੱਚ ਸਿਰਫ ਇੱਕ ਇੰਡੀਵਿਜੂਅਲ ਦੇ ਦੁਆਰਾ ਕੀ ਹੈ ਡਿਮਾਂਡ ਦਿਖਾਈ ਜਾਂਦੀ ਹੈ। ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ, ਆਪਣੀ ਕੀਮਤ ਦਿਖਾਈ ਹੋਈ ਹੈ ਇਨ ਰੁਪੀਸ ਦੇ ਵਿੱਚ ਤੇ ਮੰਗ ਦੀ ਮਾਤਰਾ ਦਿਖਾਈ ਹੋਈ ਹੈ। ਐਂਡ ਤੁਸੀਂ ਦੇਖ ਸਕਦੇ ਹੋ ਫॉर एग्जांपल ਆਈਸਕ੍ਰੀਮ ਹੈ, ਜਦੋਂ ਆਈਸਕ੍ਰੀਮ ਦੀ ਕੀਮਤ 1 ਰੁਪਏ ਸੀਗੀ ਤਾਂ ਕੰਜ਼ਿਊਮਰਸ ਦੇ ਦੁਆਰਾ ਆਈਸਕ੍ਰੀਮ ਦੀ 4 ਡਿਮਾਂਡ ਕੀਤੀ ਜਾਂਦੀ ਸੀ, ਮੀਨਸ 4 ਆਈਸਕ੍ਰੀਮ ਤੋਂ ਕੀ ਕਰਦਾ ਸੀ, ਬਾਏ ਕਰਦਾ ਸੀ।
ਜਦੋਂ ਆਈਸਕ੍ਰੀਮ ਦਾ ਪ੍ਰਾਈਸਿਸ ਇੰਕਰੀਜ਼ ਹੋ ਗਿਆ 1 to 2 ਹੋ ਗਿਆ ਤਾਂ ਕੰਜ਼ਿਊਮਰਸ ਨੇ ਆਈਸਕ੍ਰੀਮ ਦੀਆਂ ਕੁਆਂਟੀਟੀਜ਼ ਦੀ ਡਿਮਾਂਡ ਘੱਟ ਕੀਤੀ ਉਹਨੇ ਕੀ ਕਰ ਦਿੱਤੀ 4 to 3 ਕਰ ਦਿੱਤੀ ਜਦੋਂ ਪ੍ਰਾਈਸ ਹੋਰ ਇੰਕਰੀਜ਼ ਹੋ ਗਿਆ ਇੱਕ ਆਈਸਕ੍ਰੀਮ ਦਾ 2 to 3 हो गया तब कहते कंज्यूमर्स ने 4 क्वांटिटी घटाती उन्हें 3 to 2 करती अगर प्राइसेस होर इंक्रीज 3 to 4 देन कंज्यूमर सिर्फ एक क्वांटिटी है जी आइसक्रीम की की करेगा वाई करेगा तो इस तो सानू की पता लगता है कि इनवर्स रिलेशनशिप है ये एक कंज्यूमर्स के द्वारा जी मंगी की मात्रा उन्होंने दिखा रहा है डिफरेंट प्राइसेस से तो एक व्यक्ति की जी डिमांड शेड्यूल है उन्होंने दिखा रहा है इंडिविजुअल्स लैवल से वन कंज्यूमर्स The next is the market demand schedule ਜਿਹਨੂੰ industry demand schedule ਵੀ ਕਹਿੰਦੇ ਆ ਤਾਂ market demand schedule ਕੀ ਆ ਕਹਿੰਦੇ every market there are many consumer of a commodity like sugar ਹੁਣ ਦੇਖੋ ਇੰਡੀਵਿਜੂਅਲਸ ਦੇ ਵਿੱਚ ਤਾਂ ਸਿਰਫ ਇੱਕ ਵਿਅਕਤੀ ਦੀ ਡਿਮਾਂਡ ਦਿਖਾਈ ਹੋਈ ਆ ਹੁਣ ਮਾਰਕੀਟ ਦੇ ਵਿੱਚ ਕੋਈ ਵੀ ਇੱਕ ਕੰਜ਼ਿਊਮਰਸ ਨਹੀਂ ਹੁੰਦਾ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਜ਼ਿਊਮਰਸ ਹੁੰਦੇ ਨੇ ਤਾਂ ਉਹ ਸਾਰੇ ਕੰਜ਼ਿਊਮਰਸ ਦੀ ਡਿਮਾਂਡ ਦਾ ਟੋਟਲ ਕਰਕੇ ਸਾਡੇ ਕੀ ਬਣਦੀ ਆ ਮਾਰਕੀਟ ਡਿਮਾਂਡ ਬਣਦੀ ਆ ਤਾਂ ਇਹਨੂੰ ਮਾਰਕੀਟ ਡਿਮਾਂਡ ਸ਼ਡਿਊਲ ਦੇ ਦੁਆਰਾ ਦਿਖਾਇਆ ਜਾਂਦਾ ਹੈ ਤਾਂ ਫੋਰ ਐਗਜ਼ਾਮਪਲ ਆਪਾਂ ਨੇ ਅਸਿਊਮ ਕੀਤਾ ਹੈ ਕਿ ਮਾਰਕੀਟ ਦੇ ਵਿੱਚ 2 ਇੰਡੀਵਿਜੂਅਲਸ ਨੇ ਠੀਕ ਹੈ A and B ਇੰਡੀਵਿਜੂਅਲਸ ਨੇ ਤਾਂ A ਵਿਅਕਤੀ ਦੀ ਮੰਗ ਦੇਖਾਂਗੇ ਆਪਾਂ ਤੇ B ਵਿਅਕਤੀ ਦੀ ਮੰਗ ਦੇਖਾਂਗੇ ਤੇ ਦੋਨਾਂ ਦਾ ਟੋਟਲ ਕਰਾਂਗੇ ਤਾਂ ਜਿਹੜੀ ਆਪਾਂ ਨੂੰ ਟੋਟਲ ਮਾਰਕੀਟ ਡਿਮਾਂਡ ਉਹ ਮਿਲ ਜਾਏਗੀ ਅਗਰ 2 ਤੋਂ ਮੋਰ ਦੈਨ 10 ਨੇ 20 ਨੇ 15 ਨੇ ਤਾਂ ਸਾਰੇ ਇੰਡੀਵਿਜੂਅਲਸ ਦੀ ਡਿਮਾਂਡ ਦਾ ਅਸੀਂ ਟੋਟਲ ਕਰਕੇ ਜਿਹੜੀ ਮਾਰਕੀਟ ਡਿਮਾਂਡ ਕਰਵ ਹੈ ਮਾਰਕੀਟ ਡਿਮਾਂਡ ਦੇਖ ਸਕਦੇ ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਜਿੰਨੇ ਸਾਰੇ ਇੰਡੀਵਿਜੂਅਲਸ ਨੇ ਉਹਨਾਂ ਦੀ ਡਿਮਾਂਡ ਜਿਹੜੀ ਉਹ ਦਿਖਾਈ ਜਾ ਰਹੀ ਹੈ ਤਾਂ ਵਸਤੂ X ਦੀ ਕੀਮਤ ਦਿਖਾਈ ਜਾ ਰਹੀ ਹੈ ਕਿਸੇ ਵੀ X ਵਸਤੂ ਦੀ ਕੀਮਤ ਜੋ ਕੀ ਹੈ 1 2 3 4 5 ਜੋ ਇਨਕਰੀਜ਼ ਹੋ ਰਹੀ ਹੈ ਤਾਂ A ਵਿਅਕਤੀ ਦੀ ਮੰਗ ਤੇ B ਵਿਅਕਤੀ ਦੀ ਮੰਗ ਦਿਖਾਈ ਗਈ ਹੈ ਕਿਉਂਕਿ ਅਸਿਊਮ ਕੀਤਾ ਗਿਆ ਕਿ ਮਾਰਕੀਟ ਦੇ ਵਿੱਚ ਸਿਰਫ 2 ਇੰਡੀਵਿਜੂਅਲਸ ਨੇ ਤਾਂ A ਵਿਅਕਤੀ ਦੀ ਮੰਗ ਕਿੰਨੀ ਹੈ ਪ੍ਰਾਈਸਿਸ 1 ਹੋਣ ਤੇ 4 ਕੁਆਂਟੀਟੀਜ਼ ਉਹ X ਗੁੱਡ ਦੀ ਬਾਈ ਕਰਦਾ ਹੈ ਐਂਡ B 5 ਕੁਆਂਟੀਟੀਜ਼ ਬਾਈ ਕਰਦਾ ਹੈ ਅਗਰ ਪ੍ਰਾਈਸਿਸ ਇੰਕਰੀਜ਼ ਹੋ ਜਾਂਦਾ ਹੈ 1 to 2 ਤਾਂ A ਪਰਸਨਸ अपनी जी है डिमांड घटा देगा 4 to 3 कर देगा एंड बी परसन भी 5 to 4 कर देगा अगर प्राइसिस होर इंक्रीज हो जाती ने तो ए परसन 2 कर देगा घटा के 3 तो डिमांड एंड बी परसन भी 4 to 3 कर देगा अगर प्राइसिस 4 होंगी है तो ए जिहड़ा कंज्यूमर है वो एक कमोडिटी नूं वाई करेगा एंड बी 2 कमोडिटी नूं वाई करेगा तो अगर आप इंडिविजुअली देखिए तो ए की देखिए सिर्फ तो इंडिविजुअल डिमांड कर्व है लेकिन जो ए ते बी दोनों का आप प्लस करांगे ਤਾਂ ਆਪਾਂ ਨੂੰ ਟੋਟਲ ਜਿਹੜੀ ਮਾਰਕੀਟ ਦੇ ਵਿੱਚ ਉਹ ਡਿਮਾਂਡ ਮਿਲ ਜਾਏਗੀ ਜਿਵੇਂ ਕਿ ਟੋਟਲ ਡਿਮਾਂਡ ਕਿੰਨੀ ਹੈ ਜਦੋਂ ਪ੍ਰਾਈਸਿਸ 1 ਸੀਗਾ ਤਾਂ ਟੋਟਲ ਡਿਮਾਂਡ ਕਿੰਨੀ ਸੀ 4 + 5 9 ਸੀਗੀ ਮਾਰਕੀਟ ਦੇ ਵਿੱਚ ਕਿਸੇ ਵੀ ਐਕਸ ਕਮੋਡਿਟੀ ਦੀ ਐਂਡ ਜਦੋਂ ਪ੍ਰਾਈਸ 2 ਸੀਗਾ ਤਾਂ ਟੋਟਲ ਡਿਮਾਂਡ 3 + 4 ਕੀ ਸੀ 7 ਸੀ ਜਦੋਂ ਪ੍ਰਾਈਸ ਹੋਰ ਇਨਕਰੀਜ਼ ਤਾਂ ਦੀ ਟੋਟਲ ਡਿਮਾਂਡ 5 4 प्राइस होते टोटल डिमांड 3 होगी तो इतने भी की है इनवर्स रिलेशनशिप है जिमें जिमें प्राइसिस इंक्रीज होता है टोटल डिमांड भी अपनी की होती है डिक्रीज होती है तो इंडिविजुअल डिमांड भी अपनी की होती है डिक्रीज होती है दिस इज द इनवर्स रिलेशनशिप तो ये सीगा अपना इंडिविजुअल डिमांड शेड्यूल एंड मार्केट डिमांड शेड्यूल एंड उस तो बाद है अपना व्यक्तिगत मांग वक्र ठीक है इंडिविजुअल डिमांड शेड्यूल ਦੀ ਹੈਲਪ ਦੇ ਨਾਲ ਆਪਾਂ ਕੀ ਬਣਾਉਂਦੇ ਆ ਇੰਡੀਵਿਜੂਅਲ ਡਿਮਾਂਡ ਕਰਵ ਬਣਾਉਂਦੇ ਆ ਤਾਂ ਡਿਮਾਂਡ ਕਰਵ ਕੀ ਹੁੰਦੀ ਹੈ ਕਹਿੰਦੇ ਡਿਮਾਂਡ ਕਰਵ ਇਜ਼ ਦਾ ਗ੍ਰਾਫਿਕ ਰਿਪਰੈਜ਼ੈਂਟੇਸ਼ਨਸ ਆਫ ਅ ਡਿਮਾਂਡ ਸ਼ਡਿਊਲ ਜਦੋਂ ਡਿਮਾਂਡ ਸ਼ਡਿਊਲ ਨੂੰ ਅਸੀਂ ਗ੍ਰਾਫਿਕ ਵੇ ਦੇ ਨਾਲ ਪੇਸ਼ ਕਰਦੇ ਆ ਤਾਂ ਉਹਨੂੰ ਕੀ ਕਹਿੰਦੇ ਆਪਾਂ ਇੰਡੀਵਿਜੂਅਲ डिमांड कर्व कहने हैं कहते दस डिमांड कर्व शो the relationship between the different quantities demanded at different prices the demand curve से थ्रू ਆਪਾਂ ਦੇਖ ਸਕਦੇ ਹਾਂ ਕਿ different prices ਤੇ ਕਿਸੇ ਵੀ x ਗੁੱਡ ਦੀਆਂ ਕਿੰਨੀਆਂ ਜਿਹੜੀਆਂ different quantities ਨੇ ਉਹਨਾਂ ਨੂੰ ਕੀ ਕੀਤਾ ਗਿਆ ਹੈ y ਕੀਤਾ ਗਿਆ ਜਿਵੇਂ ਕਿ ਇੱਥੇ ਤੁਸੀਂ ਇੰਡੀਵਿਜੂਅਲਸ ਡਿਮਾਂਡ ਕਰਵ ਦੇਖੋਗੇ ਪਹਿਲਾਂ ਤਾਂ ਇੱਥੇ demand curve left which the according kiya that demand curve represent the maximum quantities per unit of a time that consumers will take at various prices the individual demand curve sanu ki dasdi hai individual demand curve is a curve that show different quantities of a commodity demanded by an individual's consumers say at different prices means consumer कोई भी आए ਤੇ ਇਹ ਕੰਜ਼ਿਊਮਰਸ ਦੇ ਦੁਆਰਾ ਡਿਫਰੈਂਟ ਪ੍ਰਾਈਸਿਸ ਤੇ ਜਦੋਂ ਡਿਫਰੈਂਟ ਕੁਆਂਟੀਟੀਜ਼ ਨੂੰ ਬਾਏ ਕੀਤਾ ਜਾਂਦਾ ਹੈ ਤਾਂ ਡਿਮਾਂਡ ਕਰਵ ਦੀ ਹੈਲਪ ਦੇ ਨਾਲ ਕੀ ਆ ਆਪਣੀ ਜਿਹੜੀ ਹੈ ਇੰਡੀਵਿਜੂਅਲ ਡਿਮਾਂਡ ਕਰਵ ਦਿਖਾਈ ਜਾ ਰਹੀ ਹੈ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਕੁਆਂਟੀਟੀ ਡਿਮਾਂਡਡ ਲਿਖਤਾ ਹੋਇਆ ਹੈ OY ਤੇ ਪ੍ਰਾਈਸ ਲਿਖਤਾ ਹੋਇਆ ਹੈ ਤਾਂ ਜਿਹੜੀ ਆਪਣੀ ਡਿਮਾਂਡ ਕਰਵ ਹੈ ਇੰਡੀਵਿਜੂਅਲ ਡਿਮਾਂਡ ਕਰਵ ਕੀ ਹੈ ਇਹ ਲੈਫਟ ਰਾਈਟ ਡਾਊਨਵਰਡ ਹੈ
जो सानू इनवर्स रिलेशनशिप दिखा रही है बिटवीन द प्राइस एंड क्वांटिटी डिमांडेड। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਦੋਂ ਪ੍ਰਾਈਸ 100 ਸੀ ਕਿਸੇ ਵੀ ਐਕਸ ਗੁੱਡ ਦਾ, ਜਦੋਂ ਪ੍ਰਾਈਸ 100 ਸੀਗਾ ਤਾਂ ਕਹਿੰਦੇ ਕੰਜ਼ਿਊਮਰ ਕਿੰਨੀਆਂ ਕੁਆਂਟੀਟੀਜ਼ ਬਾਈ ਕਰਦਾ ਸੀ, ਇੰਡੀਵਿਜੂਅਲਸ 5 ਕੁਆਂਟੀਟੀਜ਼ ਬਾਈ ਕਰਦਾ ਸੀ। ਜਦੋਂ ਪ੍ਰਾਈਸ ਇੰਕਰੀਜ਼ ਹੋ ਕੇ 120 ਹੋ ਗਿਆ ਤਾਂ ਕੁਆਂਟੀਟੀਜ਼ ਘੱਟ ਬਾਈ ਕਰ ਰਿਹਾ ਕੰਜ਼ਿਊਮਰ, 5 to 4 ਕਰ ਦਿੱਤੀਆਂ। ਅਗਰ ਪ੍ਰਾਈਸਿਸ ਹੋਰ ਇੰਕਰੀਜ਼ 120 to 150 ਤਾਂ ਕਹਿੰਦੇ ਕੁਆਂਟੀਟੀ ਡਿਮਾਂਡਡ ਹੋਰ ਡਿਕਰੀਜ਼। ਪ੍ਰਾਈਸਿਸ ਇੰਕਰੀਜ਼ ਜਿਵੇਂ ਜਿਵੇਂ ਹੁੰਦਾ ਹੈ ਤਾਂ ਆਪਣੀ ਜਿਹੜੇ ਕੁਆਂਟੀਟੀਜ਼ ਨੇ ਉਹ ਕੀ ਹੁੰਦੀਆਂ ਨੇ, ਡਿਕਰੀਜ਼ ਹੁੰਦੀਆਂ ਨੇ ਜੋ ਕੰਜ਼ਿਊਮਰ ਬਾਈ करता है। अगर 200 प्राइस हो गया दैन सिर्फ कंज्यूमर्स 1 क्वांटिटी बाय करेगा। जिमें कि नॉर्मली आप भी देखते हैं कि जे किसी चीज़ का प्राइस बढ़ता जाता है तो आप क्वांटिटीज की घट बाय करनी स्टार्ट कर देनी। तब की होंगे दिस इज द इंडिविजुअल डिमांड कर्व जो दस रहे सानू रिलेशनशिप बिटवीन द प्राइस एंड क्वांटिटीज डिमांडेड कि किस तरह जिमें जिमें प्राइस इंक्रीज होता जा रहा है तो एक कंज्यूमर्स के द्वारा जी डिमांड है गुड की घट की जाती है। तो इस तरह ये होंगे लैफ्ट राइट डाउनवर्ड होता है। एंड द नैक्सट इज बाजार मंग वक्र जिन्होंने मार्केट डिमांड शेड्यूल करने मार्केट डिमांड कर्व कहते हैं। देन मार्केट डिमांड कर्व दैट रिप्रेजेंट द एग्रीगेट डिमांड ऑफ ऑल द कंज्यूमर्स इन द मार्केट एट द डिफरेंट प्राइसेस ऑफ अ पर्टिकुलर कमोडिटी। किसी भी एक कमोडिटी की मार्केट दे विच जदों डिफरेंट प्राइसेस ते डिफरेंट क्वांटिटीज की डिमांड की जाती है थ्रू द ऑल कंज्यूमर्स, सारे कंज्यूमर्स के द्वारा इहदे विच टोटल डिमांड जिहड़ी है वो आती है मार्केट दे विच जो सारे कंज्यूमर्स के द्वारा की जाती है। दिस इज द मार्केट डिमांड कर्व। जिवें कि तुसीं देख सकते हो ओ एक्स अक्ष ते क्वांटिटी डिमांडेड है, ओ वाई ते प्राइस दिता हुआ है। द इनवर्स रिलेशनशिप है जिवें जिवें प्राइस इंक्रीज होंदा है क्वांटिटीज की ने जो सारे इंडिविजुअल्स के द्वारा एक्स गुड की डिमांड की जाती है वो की होंदी है डिक्रीज होंदी है। मार्केट डिमांड जिहड़ी है वो की डिक्रीज होंदी है। जिवें कि तुसीं देख सकते हो कि दूसरी तरफ देख लेने आप जो प्राइस 80 सीगा तो डिमांड कितनी सी मार्केट के किसी भी एक्स प्रोडक्ट सी सारे कंज्यूमर्स के द्वारा 10 सी। जो प्राइस घट गया 60 हो गया तो डिमांड इंक्रीज होकर कितनी होगी 15 होगी। अगर प्राइस होर घट गया 40 तो डिमांड होर इंक्रीज होकर 20। अगर प्राइस होर घट गया 20 दैन डिमांड इंक्रीज होकर 25 एंड फिर 30। जिमें जिमें प्राइस घटता जाएगा मार्केट डिमांड जी मार्केट डिमांड है वो इंक्रीज होती जाएगी। जिमें जिमें प्राइस बढ़ता जाएगा मार्केट डिमांड डिक्रीज होती जाएगी जो सारे इंडिविजुअल्स के द्वारा मार्केट के विच डिमांड की जाती है। तो एक टोटल डिमांड है सारे कंज्यूमर्स के द्वारा मार्केट के विच। तो इसमें तुसीं इधर भी देख सकते हो बाजार मंग वक्र जो कि अपने पहला देखा सीगा कि 4 + 5 9 7 5 3 ठीक है कि सारे जिहड़े है अपनी डिमांड कर्व उन्होंने की है इंडिविजुअल्स डिमांड कर्व का टोटल करके आप की करांगे मार्केट डिमांड करांगे। जिवें कि इत्थे ओ एक्स ते क्वांटिटीज ऑफ एक्स यूनिट है एंड ओ वाई ते प्राइस है। तो जी तुसीं देख सकते हो मार्केट डिमांड कर्व है जिहड़ी साडी लैफ्ट राइट डाउनवर्ड है। डी डी इज अ मार्केट डिमांड कर्व। तो तुसीं इत्थे देख सकते हो कि जो प्राइस अपना 4 है तो 1 जिहड़ी है डिमांड वो ए कंज्यूमर्स की है, 2 डिमांड बी कंज्यूमर्स की है तो ए ते बी दी डिमांड का प्लस करेंगे तो टोटल डिमांड अपनी 3 आ जाएगी जो मार्केट दे विच 3 है। एंड जो प्राइस 3 है तो टोटल डिमांड कितनी है ए ते बी कंज्यूमर्स की 2 + 3 = 5। जो प्राइसिस होर डिक्रीज होंदा है तो टोटल डिमांड इंक्रीज होती है। ए कंज्यूमर जो 3 क्वांटिटीज बाय करता है एंड बी 4 टोटल डिमांड 7 हो जाती है। अगर प्राइसिस होर डिक्रीज 1 तो टोटल डिमांड 9 होंदी है अपनी क्योंकि ए कंज्यूमर्स इंक्रीज करके डिमांड 4 कर लेंदा एंड बी की कर लेंदा 5 कर देना। दैट इज अ टोटल डिमांड इज 9 जो मार्केट दे विच कीती जा रही है। एंड द नैक्सट इज की डिमांड कर्व है जी मंग वक्र की ढलान ऋणात्मक क्यों होंदी है। वाई डज द डिमांड कर्व स्लोप्स डाउनवर्ड कि जी डिमांड कर्व है वो लैफ्ट टू राइट डाउनवर्ड क्यों होंदी है। उसका मेन कॉजेस की है कहते ये मेन कॉजेस की ने। सब तो पहला है सीमांत पुष्टिगुण का नियम जिन्होंने लॉ ऑफ डिमिनिशिंग मार्जिनल यूटिलिटी बोलते हैं। तो लॉ ऑफ डिमिनिशिंग मार्जिनल यूटिलिटी की होंदी है कि
ਕਿਸੇ ਵੀ ਗੁੜ ਦਾ ਜਿਵੇਂ ਜਿਵੇਂ ਆਪਾਂ ਯੂਜ਼ ਇਨਕਰੀਜ਼ ਕਰਦੇ ਜਾਂਦੇ ਆ ਤਾਂ ਉਹ ਤੋਂ ਮਿਲਣ ਵਾਲੀ ਜਿਹੜੀ ਸਾਨੂੰ ਯੂਟਿਲਿਟੀ ਆ ਸੈਟਿਸਫੈਕਸ਼ਨ ਆ ਉਹ ਸਾਨੂੰ ਕੀ ਹੁੰਦੀ ਜਾਂਦੀ ਹੈ ਘਟਦੀ ਜਾਂਦੀ ਆ। ਸਭ ਤੋਂ ਪਹਿਲਾਂ ਦੇਖਦੇ ਕਿ ਯੂਟਿਲਿਟੀ ਕੀ ਹੁੰਦੀ ਹੈ, ਤੁਸ਼ਟੀ ਗੁਣ ਕੀ ਹੁੰਦਾ ਹੈ। ਫੋਰ ਐਗਜ਼ਾਮਪਲ ਕਿ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀਗੀ, ਮੈਂ ਇੱਕ ਗਲਾਸ ਪਾਣੀ ਦਾ ਲਿੱਤਾ ਤਾਂ ਇੱਕ ਗਲਾਸ ਪਾਣੀ ਦਾ ਲੈਣ ਦੇ ਨਾਲ ਜਦੋਂ ਮੈਂ ਉਹਨੂੰ ਪੀਤਾ ਤਾਂ ਮੈਨੂੰ ਕੀ ਮਿਲੀ ਹੈ, ਸੈਟਿਸਫੈਕਸ਼ਨ ਮਿਲੀ ਹੈ, ਸੰਤੁਸ਼ਟੀ ਮਿਲੀ ਆ। ਤਾਂ ਇਟਸ ਮੀਨਸ ਆ ਯੂਟਿਲਿਟੀ, ਤਾਂ ਇਹਨੂੰ ਕੀ ਕਹਿੰਦੇ ਆ, ਤੁਸ਼ਟੀ ਗੁਣ ਕਹਿੰਦੇ ਆ, ਯੂਟਿਲਿਟੀ ਕਹਿੰਦੇ ਆ, ਜੋ ਮੈਨੂੰ ਉਸ ਵਸਤੂ ਨੂੰ ਲੈਣ ਤੋਂ ਸੈਟਿਸਫੈਕਸ਼ਨ ਮਿਲੀ ਹੈ ਜਦੋਂ ਮੇਰੀ ਪਿਆਸ ਬੁਝੀ ਆ। ਤਦ ਕੀ ਹੁੰਦਾ ਹੈ, ਜਿਵੇਂ ਜਿਵੇਂ ਕਹਿੰਦੇ ਕੋਈ ਵੀ ਕੰਜ਼ਿਊਮਰਸ ਇੱਕ ਜਿਹੜੀ ਹੈ ਗੁੱਡ ਉਹਦੀ ਕੰਜ਼ੰਪਸ਼ਨ ਨੂੰ ਇਨਕਰੀਜ਼ ਕਰਦਾ ਜਾਂਦਾ, ਉਹਦੀਆਂ ਮੋਰ ਐਂਡ ਮੋਰ ਕੁਆਂਟੀਟੀਜ਼ ਨੂੰ ਬਾਏ ਕਰਦਾ ਜਾਂਦਾ ਤਾਂ ਉਹ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਉਹਦੀ ਕੀ ਹੁੰਦੀ ਜਾਂਦੀ ਹੈ, ਡਾਊਨ ਹੁੰਦੀ ਜਾਂਦੀ ਆ। ਫੋਰ ਐਗਜ਼ਾਮਪਲ ਜਿਵੇਂ ਕਿ ਸੈਲਫੋਨ ਹੈ, ਇੱਕ ਪਰਸਨ ਦੀ ਐਗਜ਼ਾਮਪਲ ਲੈਂਦੇ ਆ ਕਿ ਉਹਨੇ ਫਸਟ ਜਿਹੜਾ ਸੈਲਫੋਨ ਹੈ ਉਹ 12th ਦੇ ਵਿੱਚ ਲਿੱਤਾ ਹੈ, ਠੀਕ ਹੈ, ਜਦੋਂ 12ਵੀਂ ਦੇ ਵਿੱਚ ਪੜ੍ਹਦਾ ਸੀਗਾ ਤਾਂ ਉਹਨੂੰ ਕੀ ਮਿਲਿਆ ਸੀ, ਬਹੁਤ ਜ਼ਿਆਦਾ ਸੈਟਿਸਫੈਕਸ਼ਨ ਮਿਲੀ ਸੀਗੀ ਉਸ ਤੋਂ ਸੈਲਫੋਨ ਤੋਂ ਜਦੋਂ ਉਹਨੇ ਫਸਟ ਟਾਈਮ ਲਿੱਤਾ ਸੀ। ਉਸ ਤੋਂ ਬਾਅਦ ਉਹਦਾ ਖਰਾਬ ਹੋ ਗਿਆ, 2 ਸਾਲ ਬਾਅਦ ਉਹਨੇ ਇੱਕ ਨਿਊ ਸੈਲਫੋਨ ਲਿੱਤਾ, ਲੇਕਿਨ ਉਸ ਤੋਂ ਉਹਨੂੰ ਓਨੀ ਸੈਟਿਸਫੈਕਸ਼ਨ ਨਹੀਂ ਮਿਲੀ ਜਿੰਨੀ ਉਹਨੂੰ ਪਹਿਲੀ ਵਾਰ ਲੈਣ ਤੋਂ ਮਿਲੀ ਸੀ। ਉਸ ਤੋਂ ਬਾਅਦ ਅਗਰ ਉਸਦਾ ਫਿਰ ਖਰਾਬ ਹੋ ਜਾਂਦਾ ਤਾਂ ਥਰਡ ਟਾਈਮ ਲੈਂਦਾ ਤਾਂ ਥਰਡ ਟਾਈਮ ਉਸਨੂੰ ਸੈਟਿਸਫੈਕਸ਼ਨ ਮਿਲੇਗੀ, ਲੇਕਿਨ ਓਨੀ ਨਹੀਂ ਮਿਲੇਗੀ ਜਿੰਨੀ ਫਸਟ ਟਾਈਮ ਮਿਲੀ ਸੀਗੀ। ਤਾਂ ਇਸ ਤਰ੍ਹਾਂ ਜਿਵੇਂ ਅਸੀਂ ਕਿਸੇ ਵੀ ਕੁਆਂਟੀਟੀ ਨੂੰ ਮੋਰ ਐਂਡ ਮੋਰ ਕੰਜ਼ਿਊਮ ਕਰਦੇ ਜਾਂਦੇ ਆ, ਉਹਦੀ ਡਿਮਾਂਡ ਕਰਦੇ ਜਾਂਦੇ ਆ, ਤਾਂ ਉਸ ਤੋਂ ਬਾਅਦ ਸਾਡੀ ਜਿਹੜੀ ਮਿਲਣ ਵਾਲਾ ਸੰਤੁਸ਼ਟੀ ਗੁਣ ਹੈ, ਤੁਸ਼ਟੀ ਗੁਣ ਉਸ ਤੋਂ ਘਟਦਾ ਜਾਂਦਾ ਹੈ। ਤਾਂ ਇਟਸ ਮੀਨਸ ਕਹਿੰਦੇ ਕਿਹੜੀ ਕੀ ਹੈ, ਜਿਹੜੀ ਸਾਡੀ ਡਿਮਾਂਡ ਕੀ ਹੁੰਦੀ ਹੈ, ਲੈਫਟ ਰਾਈਟ ਡਾਊਨਵਰਡ ਹੁੰਦੀ ਜਾਂਦੀ ਆ। ਤਦ ਕਹਿੰਦੇ ਕੋਈ ਵੀ ਕੰਜ਼ਿਊਮਰ ਕਹਿੰਦੇ ਉੱਥੋਂ ਤੱਕ ਕਿਸੇ ਗੁੱਡ ਦੀ ਡਿਮਾਂਡ ਕਰੇਗਾ ਜਿੱਥੋਂ ਤੱਕ ਕਹਿੰਦੇ ਉਹ ਗੁੱਡ ਦੇ ਬਦਲੇ ਜੋ ਪ੍ਰਾਈਸ ਦੇ ਰਿਹਾ ਹੈ, ਜੋ ਪੇਮੈਂਟਸ ਕਰ ਰਿਹਾ ਹੈ, ਤਾਂ ਤੇ ਉਸ ਗੁੱਡ ਤੋਂ ਜੋ ਯੂਟਿਲਿਟੀ ਮਿਲ ਰਹੀ ਹੈ ਦੋਨੇ ਇਕੁਅਲ ਨਹੀਂ ਹੋ ਜਾਂਦੇ। ਤਾਂ ਪ੍ਰਾਈਸ ਇਕੁਅਲ ਟੂ ਜਿੱਥੇ ਮਾਰਜਨਲ ਯੂਟਿਲਿਟੀ ਹੋਏਗਾ ਉੱਥੇ ਕਹਿੰਦੇ ਐਕਸ ਗੁੱਡ ਦੀ ਕੰਜ਼ਿਊਮਰ ਡਿਮਾਂਡ ਕਰੇਗਾ। ਉਸ ਤੋਂ ਬਾਅਦ ਅਗਰ ਜਿਹੜੀ ਪ੍ਰਾਈਸ ਪੇ ਕਰ ਰਿਹਾ ਹੈ ਕਿਸੇ ਐਕਸ ਗੁੱਡ ਦੀ ਤੇ ਜਿਹੜੀ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਆ, ਉਸ ਤੋਂ ਮਿਲਣ ਵਾਲੀ ਯੂਟਿਲਿਟੀ ਉਸਦੇ ਪ੍ਰਾਈਸ ਜੋ ਪੇ ਕਰੇ ਉਸ ਤੋਂ ਘੱਟ ਹੈ ਤਾਂ ਇਟਸ ਮੀਨਸ ਉਹ ਐਕਸ ਗੁੱਡ ਦੀ ਡਿਮਾਂਡ ਕਰਨੀ ਬੰਦ ਕਰ ਦੇਗਾ। ਤਾਂ ਫਰਸਟ ਰੀਜ਼ਨ ਇਜ਼ ਦਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਐਂਡ ਸੈਕੰਡ ਇਜ਼ ਦਾ ਇਨਕਮ ਇਫੈਕਟ। ਕਹਿੰਦੇ ਇਨਕਮ ਦਾ ਵੀ ਹੈ ਜਿਹੜਾ ਸਾਡਾ ਗੁੱਡਸ ਦੀ ਡਿਮਾਂਡ ਤੇ ਇਫੈਕਟ ਪੈਂਦਾ ਹੈ। ਕਹਿੰਦੇ ਜਿਹੜਾ ਇਨਕਮ ਹੈ ਉਹਦਾ ਕਿਸੇ ਗੁੱਡਸ ਦੀ ਰੀਅਲ ਇਨਕਮ ਦਾ ਕੀ ਹੁੰਦਾ ਹੈ, ਪੋਜ਼ਿਟਿਵ ਇਫੈਕਟ ਰਿਲੇਸ਼ਨਸ਼ਿਪ ਹੁੰਦਾ ਹੈ ਬਿਟਵੀਨ ਦਾ ਡਿਮਾਂਡ ਐਂਡ ਇਨਕਮ। ਕਹਿੰਦੇ ਅਗਰ ਤਾਂ ਕਿਸੇ ਵੀ ਕੰਜ਼ਿਊਮਰਸ ਦੀ ਇਨਕਮ ਇਨਕਰੀਜ਼ ਹੁੰਦੀ ਹੈ ਤਾਂ ਇਟਸ ਮੀਨਸ ਉਹ ਮੋਰ ਕੁਆਂਟੀਟੀਜ਼ ਨੂੰ ਬਾਏ ਕਰ ਸਕਦਾ, ਉਹਦੀ ਜਿਹੜੀ ਰੀਅਲ ਪਰਚੇਸਿੰਗ ਪਾਵਰ ਉਹ ਇਨਕਰੀਜ਼ ਹੁੰਦੀ ਹੈ, ਠੀਕ ਹੈ। ਤਦੋਂ ਕੀ ਕਰੇਗਾ, ਆਪਣੀ ਜਿਹੜੀ ਇਨਕਮ ਇਨਕਰੀਜ਼ ਹੋਈ ਹੈ ਉਸ ਦੇ ਥਰੂ ਜਿਹੜੀਆਂ ਮੋਰ ਗੁੱਡਸ ਨੇ ਉਹਨਾਂ ਦੀ ਡਿਮਾਂਡ ਕਰੇਗਾ। ਅਗਰ ਕਿਸੇ ਪਰਸਨ ਦੀ ਜਿਹੜੀ ਇਨਕਮ ਹੈ ਉਹ ਡਿਕਰੀਜ਼ ਹੁੰਦੀ ਹੈ, ਠੀਕ ਹੈ, ਤਾਂ ਉਦੋਂ ਕੀ ਹੋਏਗਾ, ਇਨਕਮ ਡਿਕਰੀਜ਼ ਹੋਣ ਦੇ ਨਾਲ ਉਹਦੀ ਜਿਹੜੀ ਰੀਅਲ ਪਰਚੇਸਿੰਗ ਪਾਵਰ ਆ ਉਹ ਘਟ ਜਾਏਗੀ ਤੇ ਉਹ ਕਿਸੇ ਵੀ ਐਕਸ ਗੁੱਡ ਦੀਆਂ ਜਿਹੜੀਆਂ ਕੁਆਂਟੀਟੀਜ਼ ਨੇ ਉਹਨਾਂ ਨੂੰ ਕੀ ਕਰੇਗਾ, ਘੱਟ ਬਾਈ ਕਰੇਗਾ। ਤਾਂ ਇਟਸ ਮੀਨਸ ਕਹਿੰਦੇ ਇਨਕਮ ਦੇ ਵਿੱਚ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਵੀ ਜਿਹੜੀ ਆਪਣੀ ਮੰਗ ਵਕਰ ਹੈ ਉਹ ਕੀ ਹੋ ਜਾਂਦੀ ਹੈ, ਉਹਦੀ ਢਲਾਨ ಋਣਾਤਮਕ ਹੋ ਜਾਂਦੀ ਹੈ, ਲੈਫਟ ਰਾਈਟ ਡਾਊਨਵਰਡ ਹੋ ਜਾਂਦੀ ਹੈ। ਅਗਰ ਇਨਕਮ ਡਿਕਰੀਜ਼ ਹੋਣ ਦੇ ਨਾਲ ਸਾਡੀ ਪਰਚੇਸਿੰਗ ਪਾਵਰ ਘਟ ਜਾਂਦੀ ਹੈ ਤਾਂ ਡਿਮਾਂਡ ਵੀ ਕੀ ਹੋ ਜਾਂਦੀ ਆ, ਡਿਕਰੀਜ਼ ਹੋ ਜਾਂਦੀ ਆ। ਐਂਡ ਦ ਨੈਕਸਟ ਇਜ਼ ਦਾ ਪ੍ਰਤਿਸਥਾਪਨ ਪ੍ਰਭਾਵ, ਜਿਹਨੂੰ ਸਬਸਟੀਟਿਊਸ਼ਨ ਇਫੈਕਟ ਬੋਲਦੇ ਆ। ਕਹਿੰਦੇ ਇਨ ਦਾ ਕੇਸ ਆਫ ਸਬਸਟੀਟਿਊਸ਼ਨ ਗੁੱਡਸ ਤੇ ਪ੍ਰਤਿਸਥਾਪਨ ਪ੍ਰਭਾਵ ਦੇ ਕਾਰਨ ਵੀ ਜਿਹੜੀ ਆਪਣੀ ਡਿਮਾਂਡ ਕਰਵ ਹੈ ਇਹ ਲੈਫਟ ਰਾਈਟ ਕੀ ਹੁੰਦੀ ਹੈ, ਡਾਊਨਵਰਡ ਹੁੰਦੀ ਆ। ਤਾਂ ਜਿਵੇਂ ਕਿ ਸਬਸਟੀਟਿਊਸ਼ਨ ਗੁੱਡਸ ਕਿਹੜੀਆਂ ਹੁੰਦੀਆਂ ਨੇ, ਟੀ ਐਂਡ ਕਾਫੀ ਹੁੰਦੀ ਹੈ, ਜਿਹਨਾਂ ਤੋਂ ਸਾਨੂੰ ਸੇਮ ਸੈਟਿਸਫੈਕਸ਼ਨ ਮਿਲਦੀ ਆ। ਆਪਾਂ ਇੱਕ ਦੀ ਜਗ੍ਹਾ ਤੇ ਦੂਸਰੀ ਨੂੰ ਜਦੋਂ ਯੂਜ਼ ਕਰਦੇ ਆ, ਜਿਵੇਂ ਕਿ ਟੀ ਦੀ ਜਗ੍ਹਾ ਤੇ ਕਾਫੀ ਲੈਂਦੇ ਆ, ਕਾਫੀ ਦੀ ਜਗ੍ਹਾ ਤੇ ਟੀ ਲੈਂਦੇ ਆ, ਸਾਨੂੰ ਸੇਮ ਸੈਟਿਸਫੈਕਸ਼ਨ ਮਿਲਦੀ ਆ। ਤਦ ਕਹਿੰਦੇ ਇਹਨਾਂ ਨੂੰ ਕ੍ਰਾਸ ਗੁੱਡਸ ਵੀ ਕਹਿ ਦਿੰਦੇ ਆ। ਜਦੋਂ ਕਹਿੰਦੇ ਸਬਸਟੀਟਿਊਸ਼ਨ ਗੁੱਡਸ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ, ਕਿਸੇ ਵੀ ਐਕਸ ਗੁੱਡ ਦੀ ਪ੍ਰਾਈਸਿਸ ਇਨਕਰੀਜ਼ ਹੋ ਜਾਂਦੀਆਂ ਨੇ ਤਾਂ ਉਹਦੇ ਨਾਲ ਐਕਸ ਗੁੱਡ ਦੀ ਡਿਮਾਂਡ ਡਿਕਰੀਜ਼ ਹੋ ਜਾਏਗੀ ਤੇ ਜਿਹੜਾ ਐਕਸ ਗੁੱਡ ਦਾ ਸਬਸਟੀਟਿਊਸ਼ਨ ਹੈ ਲਾਈਕ ਮਾਈ ਗੁੱਡ, ਉਹਦੀ ਜਿਹੜੀ ਡਿਮਾਂਡ ਉਹ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਫੋਰ ਐਗਜ਼ਾਮਪਲ ਕਹਿੰਦੇ ਜਿਵੇਂ ਕਿ ਕੋਕ ਤੇ ਆਪਾਂ ਲਿਮਕੇ ਦੀ ਐਗਜ਼ਾਮਪਲ ਲੈ ਸਕਦੇ ਹਾਂ, ਠੀਕ ਹੈ, ਕੋਲਡ ਡਰਿੰਕਸ ਦੀ ਐਗਜ਼ਾਮਪਲ ਲੈ ਸਕਦੇ ਹਾਂ, ਕੋਕ ਤੇ ਲਿਮਕਾ। ਅਗਰ ਕਹਿੰਦੇ ਕੋਕ ਦੀ ਪ੍ਰਾਈਸਿਸ ਇਨਕਰੀਜ਼ ਹੋਗੀ ਤਾਂ ਕੋਕ ਦੀ ਡਿਮਾਂਡ ਘਟ ਜਾਏਗੀ, ਲੋਕ ਉਹਦੀ ਜਗ੍ਹਾ ਤੇ ਲਿਮਕੇ ਦੀ ਡਿਮਾਂਡ ਜ਼ਿਆਦਾ ਕਰਨਗੇ।
अगर कहते कोक की प्राइस घट जाएगी तो लोग कोक की डिमांड ज़्यादा करेंगे तो लिमके की डिमांड घट करेंगे। तो इस तरह सबसटीट्यूशन गुड्स के प्राइस के विच चेंज होने दे नाल प्राइसिस दे विच इनक्रीज डिक्रीज होने दे नाल भी जिहड़ी साडी डिमांड है उस ते इफैक्ट पैंदा है। कि सबसटीट्यूशन गुड्स के केस दे विच अगर एक्स गुड की प्राइसिस इनक्रीज हो जाएगी तो ये एक्स गुड की डिमांड डिक्रीज हो जाएगी तो वाई गुड की डिमांड इनक्रीज हो जाएगी। एंड द नेक्स्ट इज नवे उपभोगी जिन्होंने आप कहने कि साइज ऑफ कंज्यूमर ग्रुप्स कि ਜਿਹੜੇ ਨਵੇਂ ਉਪਭੋਗਤਾ ਨੇ ਉਹਨਾਂ ਦੇ ਥਰੂ ਸਾਡੇ ਗੁड्स ਦੀ ਡਿਮਾਂਡ ਇਨਕਰੀਜ਼ ਹੋ ਗਈ। ਆ ਨਿਊ ਗਰੁੱਪ ਆਫ ਕੰਜ਼ਿਊਮਰਸ ਨੇ ਸਾਡੀ ਜਿਹੜੀ ਹੈ ਗੁड्स ਉਹਨਾਂ ਦੀ ਡਿਮਾਂਡ ਨੂੰ ਇਨਕਰੀਜ਼ ਕਰ ਦਿੱਤਾ। ਫॉर एग्जांपल ਕਹਿੰਦੇ when own price of the commodity falls then many consumers were are unable to buy that commodity at its previous price comes forward to buy it। ਜਿਵੇਂ ਕਿ ਮਟਰ ਲੈ ਲਓ ਪੀਸ ਲੈ ਲਓ ਤੁਸੀਂ ਪਹਿਲੇ ਕਿੰਨੇ ਸੀਗੇ ਇਹ 150 ਰੁਪਏ ਕਿਲੋ ਸੀਗੇ। ਜਦੋਂ 150 ਰੁਪਏ ਕਿਲੋ ਸੀ ਤਦ ਕਹਿੰਦੇ ਕਈ ਕੰਜ਼ਿਊਮਰਸ ਕਹਿੰਦੇ ਇਹਨਾਂ ਨੂੰ ਬਾਏ ਨਹੀਂ ਕਰਦੇ ਸੀਗੇ ਕਿਉਂਕਿ ਇਹ ਸੀਜ਼ਨਲ ਨਹੀਂ ਸੀਗੇ ਸੀਜ਼ਨ ਤੋਂ ਬਿਨਾ ਸੀਗੇ ਜੋ ਸਟੋਰਸ ਕੀਤੇ ਹੋਏ ਨੇ ਇਹਨਾਂ ਦੇ ਪ੍ਰਾਈਸਿਸ ਜ਼ਿਆਦਾ ਸੀਗੇ ਤਾਂ ਆ ਗਰੁੱਪ ਆਫ ਕੰਜ਼ਿਊਮਰਸ ਇਹਨਾਂ ਨੂੰ ਰਿਗਲੈਕਟ ਕਰਦੇ ਸੀ ਉਹਨਾਂ ਨੂੰ ਬਾਏ ਨਹੀਂ ਸੀ ਕਰਦੇ। ਲੇਕਿਨ ਜਦੋਂ ਇਹਨਾਂ ਦੇ ਪੀਸ ਦੇ ਪ੍ਰਾਈਸਿਸ ਨੇ ਜਿਹੜੇ ਉਹ ਡਿਕਰੀਜ਼ ਹੋਏ ਤਦ ਕੀ ਆ ਗਰੁੱਪ ਆਫ ਜਿਹੜੇ ਪੀਪਲਸ ਨੇ ਇਹਨਾਂ ਨੂੰ ਉਹਨਾਂ ਨੇ ਲੈਣਾ ਕੀ ਕਰ ਦਿੱਤਾ ਸਟਾਰਟ ਕਰ ਦਿੱਤਾ ਜਿਨ੍ਹਾਂ ਦੇ ਕਰਕੇ एकदम पीस की जी प्राइसिस की होगी इनक्रीज होगी तब ये करके भी जी प्राइस है डिमांड अपनी इनक्रीज डिक्रीज हो सकती है। अगर प्राइसिस इनक्रीज तो एक ग्रुप ऑफ पीपल्स की निगलैक्ट करता है इन्हों की डिमांड नहीं करता। अगर प्राइसिस डिक्रीज तो न्यू ग्रुप ऑफ पीपल्स ने जोड़े तो आने तो इन्हों की डिमांड करेंगे। एंड द नेक्स्ट इज ਵੱਖ-ਵੱਖ ਉਪਭੋਗ ਕਹਿੰਦੇ ਕਿਸੇ ਵੀ ਕਮੋਡਿਟੀ ਜਿਸ ਕਮੋਡਿਟੀ ਦੇ ਡਿਫਰੈਂਟ ਯੂਜ਼ਸ ਹੋਣ ਉਸ ਕੇਸ ਦੇ ਵਿੱਚ ਵੀ ਕਹਿੰਦੇ ਕੀ ਹੁੰਦਾ ਹੈ ਜਿਹੜੀ ਆਪਣੀ ਡਿਮਾਂਡ ਕਰਵ ਹੈ ਲੈਫਟ ਰਾਈਟ ਕੀ ਹੋ ਜਾਂਦੀ ਹੈ ਡਾਊਨਵਰਡ ਹੋ ਸਕਦੀ ਆ। ਕਹਿੰਦੇ ਅਗਰ ਕਿਸੇ ਵੀ ਕਮੋਡਿਟੀ ਦਾ ਵਨ ਯੂਜ਼ ਆ ਤਾਂ ਇਟਸ ਮੀਨਸ ਉਹਦੀ ਜਿਹੜੀ ਪ੍ਰਾਈਸ ਹੈ ਉਹ ਸੇਮ ਰਹੇਗੀ ਕਿਉਂਕਿ ਡਿਮਾਂਡ ਇਨੀ ਨਹੀਂ ਹੋਏਗੀ ਕਿਉਂਕਿ ਜਿਹਦੇ ਗੁੱਡ ਦੇ ਅਲਟਰਨੇਟਿਵ ਯੂਜ਼ਸ ਨੇ ਬਹੁਤ ਸਾਰੇ ਯੂਜ਼ ਨੇ ਤਾਂ ਉਹਦੀ ਡਿਮਾਂਡ ਸਪਲਾਈ ਤੋਂ ਜ਼ਿਆਦਾ ਹੋਏਗੀ ਤਾਂ ਉਹਦੀ ਪ੍ਰਾਈਸਿਸ ਵੀ ਕੀ ਹੋਣਗੀਆਂ ਇਨਕਰੀਜ਼ ਹੋਣਗੀਆਂ। ਫॉर एग्जांपल ਜਿਵੇਂ ਕਿ ਮਿਲਕ ਹੈ ਤਾਂ ਮਿਲਕ ਦੇ अल्टरनेटिव यूजेस ने मिल्क ਨੂੰ ਆਪਾਂ ਡਰਿੰਕ ਕਰਨ ਦੇ ਲਈ ਵਰਤਦੇ ਹਾਂ। ਇਸ ਤੋਂ ਚੀਜ਼ ਕਰਡ ਲੱਸੀ ਠੀਕ ਹੈ ਮੱਖਣ ਤਾਂ ਇਸ ਦੇ ਲਈ ਵੀ ਮਿਲਕ ਨੂੰ ਆਪਾਂ ਯੂਜ਼ ਕਰਦੇ ਹਾਂ। ਤਾਂ ਇਹਦੇ ਲਈ ਜਦੋਂ ਮਿਲਕ ਦੇ ਪ੍ਰਾਈਸਿਸ ਨੇ ਜਿਹੜੇ ਕਹਿੰਦੇ ਅਲਟਰਨੇਟਿਵ ਪ੍ਰਾਈਸਿਸ ਆਪਣੇ ਯੂਜ਼ਸ ਇਨਕਰੀਜ਼ ਹੋ ਜਾਂਦੇ ਨੇ ਤਾਂ ਮਿਲਕ ਦਾ ਪ੍ਰਾਈਸਿਸ ਇਨਕਰੀਜ਼ ਹੁੰਦਾ ਜਿਹਦੇ ਕਰਕੇ ਇਹਦੀ ਡਿਮਾਂਡ ਵੀ ਕੀ ਹੋ ਜਾਂਦੀ ਹੈ ਡਿਕਰੀਜ਼ ਹੋ ਜਾਂਦੀ ਹੈ। ਤਾਂ ਦਿਸ ਇਜ਼ ਦਾ ਰੀਜ਼ਨ ਕਿ ਜਿਹੜਾ ਹੈ ਇਨ ਦ ਕੇਸ ਆਫ ਡਿਫਰੈਂਟ ਯੂਜ਼ਸ ਅਲਟਰਨੇਟਿਵ ਯੂਜ਼ਸ ਦੇ ਕੇਸ ਵੀ ਜਿਹੜੀ डिमांड कम है की होंगी लैफ्ट राइट डाउनवर्ड होंगी। ये सारे रीजनस ने जिन्हों के करके डिमांड कब लैफ्ट राइट की होंगी डाउनवर्ड होंगी। एंड नेक्स्ट इज द कहते एक्सपेक्शंस ऑफ द लॉ और एक्सेप्शनल डिमांड कर्व कहते सम केसेस दे विच जिहड़ी अपनी डिमांड कर्व होंदी है ये की होंदी है लैफ्ट राइट पॉजिटिव भी होंदी है। पॉजिटिव किस केसेस ਦੇ ਵਿੱਚ ਹੋਏਗੀ ਕਹਿੰਦੇ ਬਹੁਤ ਐਕਸੈਪਸ਼ਨਲ ਕੇਸ ਨੇ देयर आर some exceptions to the law of demand it means there are some commodities whose demand extend with the price rise and contract with the price falls। ਕੁਝ ਗੁੱਡਸ ਐਦਾਂ ਦੀਆਂ ਨੇ ਜਿਨ੍ਹਾਂ ਦੇ ਪ੍ਰਾਈਸ ਤੇ ਡਿਮਾਂਡ ਦੇ ਵਿੱਚ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਫॉर एग्जांपल प्राइसेस इंक्रीज होने ते डिमांड इंक्रीज प्राइसेस डिक्रीज होने ते डिमांड डिक्रीज ਤਾਂ ਉਹ ਕਿਸ ਕੇਸ ਦੇ ਵਿੱਚ ਹੋਏਗਾ ਜਿਵੇਂ ਕਿ ਆਰਟੀਕਲ ਆਫ ਡਿਸਟਿੰਕਸ਼ਨਸ ਐਂਡ ਬੈਬਲਨ ਗੁੱਡਸ। ਇਨ ਦ ਕੇਸ ਆਫ ਬੈਬਲਨ ਗੁੱਡਸ ਕਹਿੰਦੇ ਬੈਬਲਨ ਗੁੱਡਸ ਦੇ ਕੇਸ ਦੇ ਵਿੱਚ ਕੀ ਹੈ ਜਦੋਂ ਕਿਸੇ ਵੀ ਗੁੱਡ ਦੇ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ ਜਿਵੇਂ ਕਿ ਡਾਇਮੰਡ ਹੋ ਗਿਆ 골ਡ ਹੋ ਗਿਆ ਸਿਲਵਰ ਹੋ ਗਿਆ ਜਿਵੇਂ ਜਿਵੇਂ ਇਹਨਾਂ ਦੇ ਪ੍ਰਾਈਸਿਸ ਇਨਕਰੀਜ਼ ਹੁੰਦੇ ਜਾਂਦੇ ਨੇ ਆਪਾਂ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਕਈ ਜਿਹੜੇ ਆਪਣੇ ਰਿਚ ਪੀਪਲਸ ਨੇ ਉਹ ਇਨਕਰੀਜ਼ ਕਰਦੇ ਨੇ ਕਿਉਂਕਿ ਇਹ ਸਿੰਬਲਸ ਸ਼ੋ ਕਰਦੇ ਨੇ ਡਿਸਟਿੰਕਸ਼ਨ ਦਾ ਮਤਲਬ ਇਹ ਸਾਡਾ ਸਟੇਟਸ ਸ਼ੋ ਕਰਦੇ ਨੇ। ਡਾਇਮੰਡਸ ਐਂਡ ਜੈਮਸ ਦੇ ਜਿਹੜੇ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ ਤਾਂ ਇਹਨਾਂ ਦੀ ਡਿਮਾਂਡ ਇਨਕਰੀਜ਼ ਹੁੰਦੀ ਹੈ ਜਦੋਂ ਪ੍ਰਾਈਸਿਸ ਡਿਕਰੀਜ਼ ਹੁੰਦੇ ਨੇ ਤਾਂ ਇਹਨਾਂ ਦੀ ਡਿਮਾਂਡ ਡਿਕਰੀਜ਼ ਹੁੰਦੀ ਆ। एंड सेकंड इज द इग्नोरेंस कहते मैनी टाइम्स कहते कंज्यूमर्स की शेयर इग्नोरेंस होंदा है कहते उन्होंने नहीं पता होंदा है जजमेंट का कहते वो की सोचते हैं कि जिस प्रोडक्ट की प्राइस घट है तो इट्स मींस वो की लो क्वालिटी प्रोडक्ट है तो उन्होंने बाय नहीं करते। जिस चीज़ की प्राइस ज़्यादा है तो उन्होंने की बोलते हैं कि हाई क्वालिटी प्रोडक्ट है कि अच्छी क्वालिटी का प्रोडक्ट है तो इस इग्नोर्स करके की होंदा है प्राइस घटन दे नाल डिमांड घटती है ते प्राइस वधन दे नाल डिमांड बढ़ती है। एंड द नेक्स्ट इज
ਕੇਸ ਆਫ ਗਿਫਨ ਗੁड्स ਕਹਿੰਦੇ ਗਿਫਨ ਗੁड्स ਦੇ ਕੇਸ ਦੇ ਵਿੱਚ ਵੀ ਕੀ ਹੁੰਦਾ ਹੈ ਜਿਹੜਾ ਹੈ ਆਪਣਾ ਇਨਕਮ ਜਿਹੜੀ ਆਪਣੀ ਡਿਮਾਂਡ ਕਰਵ ਹੈ ਕੀ ਹੁੰਦੀ ਹੈ ਲੈਫਟ ਰਾਈਟ ਆਊਟਵਰਡ ਪੋਜ਼ਿਟਿਵ ਹੁੰਦੀ ਹੈ ਕਹਿੰਦੇ ਗਿਫਨ ਗੁड्स ਨੂੰ ਆਪਾਂ ਇਨਫੀਰੀਅਰ ਗੁड्स ਵੀ ਕਹਿੰਦੇ ਆ ਕਹਿੰਦੇ ਇਨਫੀਰੀਅਰ ਗੁड्स ਕਿਹੜੀਆਂ ਹੁੰਦੀਆਂ ਨੇ ਘਟੀਆ ਕਿਸਮ ਦੀਆਂ ਵਸਤੂਆਂ ਹੁੰਦੀਆਂ ਨੇ ਕਹਿੰਦੇ ਜਿਨ੍ਹਾਂ ਦਾ ਇਨਕਮ ਇਫੈਕਟ ਕੀ ਹੁੰਦਾ ਹੈ ਨੈਗੇਟਿਵ ਇਨਕਮ ਇਫੈਕਟ ਹੁੰਦਾ ਹੈ ਐਂਡ ਪੋਜ਼ਿਟਿਵ ਪ੍ਰਾਈਸ ਇਫੈਕਟ ਹੁੰਦਾ ਹੈ ਕਿ ਪ੍ਰਾਈਸ ਵਧਣ ਦੇ ਨਾਲ ਇਹਨਾਂ ਦੀ ਡਿਮਾਂਡ ਵੱਧਦੀ ਆ ਤੇ ਪ੍ਰਾਈਸ ਘਟਣ ਦੇ ਨਾਲ ਇਹਨਾਂ ਦੀ ਡਿਮਾਂਡ ਘਟਦੀ ਹੈ ਜਿਵੇਂ ਕਿ ਬਾਜਰੇ ਅਗਰ ਬਾਜਰੇ ਦੀ ਪ੍ਰਾਈਸ ਘਟਦੀ ਹੈ ਤਾਂ ਇਟਸ ਮੀਨਸ ਇਹਨਾਂ ਦੀ ਡਿਮਾਂਡ ਘਟਦੀ ਹੈ ਦੀ ਜਗ੍ਹਾ ਤੇ ਵੀਟ ਨੂੰ ਪ੍ਰੈਫਰੈਂਸ ਦਿੰਦੀ ਆ ਅਗਰ ਬਾਜਰੇ ਦੀ ਪ੍ਰਾਈਸ ਵੱਧਦੀ ਆ ਤਾਂ ਇਟਸ ਮੀਨਸ ਇਹਨਾਂ ਦੀ ਡਿਮਾਂਡ ਕੀ ਹੈ ਇਨਕਰੀਜ਼ ਹੁੰਦੀ ਆ and the next is expectations of rise or fall in the price of futures ਕਹਿੰਦੇ ਅਗਰ ਫਿਊਚਰ ਵਿੱਚ ਕਿਸੇ ਵੀ ਪ੍ਰੋਡਕਟ ਦੀਆਂ ਪ੍ਰਾਈਸਿਸ ਇਨਕਰੀਜ਼ ਐਂਡ ਡਿਕਰੀਜ਼ ਹੋਣ ਦੀ ਸੰਭਾਵਨਾ ਹੈ ਤਾਂ ਇਸ ਦਾ ਵੀ ਡਿਮਾਂਡ ਤੇ ਇਫੈਕਟ ਪੈਂਦਾ ਹੈ ਜਿਵੇਂ ਕਿ ਫੋਰ ਐਗਜ਼ਾਮਪਲ ਕਿ ਫਿਊਚਰਸ ਦੇ ਵਿੱਚ ਕੀ ਆ ਪ੍ਰਾਈਸਿਸ ਇਨਕਰੀਜ਼ ਹੋਣ ਦੀ ਸੰਭਾਵਨਾ ਹੈ ਸਾਨੂੰ ਲੱਗਦਾ ਹੈ ਕਿ ਇਸ ਗੁੱਡ ਦੇ ਪ੍ਰਾਈਸਿਸ ਨੇ ਇਨਕਰੀਜ਼ ਹੋ ਜਾਣਾ ਹੈ ਤਦ ਕੀ ਹੁੰਦਾ ਹੈ ਆਪਾਂ ਹੁਣ ਕੀ ਕਰੇਗਾ ਉਸ ਗੁੱਡ ਦੀ ਡਿਮਾਂਡ ਜ਼ਿਆਦਾ ਕਰਾਂਗੇ ਅਗਰ ਲੱਗਦਾ ਕਿ ਫਿਊਚਰਸ ਦੇ ਵਿੱਚ ਇਸ ਗੁੱਡ ਦੀ ਪ੍ਰਾਈਸਿਸ ਡਿਕਰੀਜ਼ ਹੋ ਜਾਣੀਆਂ ਨੇ ਤਦ ਕਹਿੰਦੇ ਹੁਣ ਆਪਾਂ ਇਹਨਾਂ ਨੂੰ ਘੱਟ ਖਰੀਦਾਂਗੇ ਤੇ ਫਿਊਚਰਸ ਦੇ ਵਿੱਚ ਜ਼ਿਆਦਾ ਖਰੀਦਾਂਗੇ ਦੈਟ ਇਜ਼ ਦਾ ਰੀਜ਼ਨ ਕਿ ਜਿਹੜੀ ਆਪਣੀ ਡਿਮਾਂਡ ਕਵਰ ਲੈਫਟ ਰਾਈਟ ਕੀ ਹੁੰਦੀ ਆ ਪੋਜ਼ਿਟਿਵ ਹੁੰਦੀ ਆ ਐਂਡ ਦ ਨੈਕਸਟ ਇਜ਼ ਮੰਗ ਦੇ ਨਿਰਧਾਰਿਤ ਤੱਤ ਜਿਹਨੂੰ ਆਪਾਂ ਮੰਗ ਫਲਨ ਕਹਿੰਦੇ ਆ ਤਾਂ ਮੰਗ ਦੇ ਨਿਰਧਾਰਿਤ ਤੱਤ ਕਿਵੇਂ ਹੁਣ ਆਪਾਂ ਉਹ ਦੇਖਦੇ ਆ ਤਾਂ ਇਹਦੇ ਵਿੱਚੋਂ ਹੈ ਕਿ ਜਿਹੜੀ ਡਿਮਾਂਡ ਆਫ ਕੰਜ਼ਿਊਮਰਸ ਫॉर ਅ ਪਾਰਟਿਕੂਲਰ ਕਮੋਡਿਟੀ ਐਟ ਐਨੀ ਗਿਵਨ ਟਾਈਮ ਆਫ ਡਿਟਰਮਾਈਨਡ ਬਾਈ ਫੋਲੋਇੰਗ ਫੈਕਟਰਸ ਨੇ ਜਿਹੜੇ ਉਹ ਡਿਮਾਂਡ ਨੂੰ ਅਫੈਕਟ ਕਰਦੇ ਨੇ ਤਾਂ ਇਹਦੇ ਵਿੱਚ ਸਭ ਤੋਂ ਫਰਸਟ ਹੈ ਓਨ ਪ੍ਰਾਈਸ ਆਫ ਦਾ ਕਮੋਡਿਟੀ ਕਹਿੰਦੇ ਕਿਸੇ ਵੀ ਵਸਤੂ ਦੀ ਖੁਦ ਦੀ ਕੀਮਤ ਕਹਿੰਦੇ ਉਸ ਵਸਤੂ ਦੀ ਡਿਮਾਂਡ ਨੂੰ ਕੀ ਕਰੇਗੀ ਅਫੈਕਟ ਕਰੇਗੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਾਈਸ ਤੇ ਜਿਹੜੀ ਆਪਣੀ ਪ੍ਰਾਈਸ ਤੇ ਡਿਮਾਂਡ ਉਹਦੇ ਵਿੱਚ ਕੀ ਆ ਇਨਵਰਸ ਰਿਲੇਸ਼ਨਸ਼ਿਪ ਆ ਅਗਰ ਕਿਸੇ ਵੀ ਗੁੱਡ ਦੀ ਪ੍ਰਾਈਸਿਸ ਇਨਕਰੀਜ਼ ਹੋ ਜਾਂਦੀਆਂ ਨੇ ਤਾਂ ਉਸ ਗੁੱਡ ਦੀ ਡਿਮਾਂਡ ਡਿਕਰੀਜ਼ ਹੋ ਜਾਂਦੀ ਆ ਅਗਰ ਕਿਸੇ ਵੀ ਗੁੱਡ ਦੀ ਪ੍ਰਾਈਸ ਡਿਕਰੀਜ਼ ਹੋ ਜਾਂਦੀ ਆ ਤੇ ਉਸ ਗੁੱਡ ਦੀ ਡਿਮਾਂਡ ਇਨਕਰੀਜ਼ ਹੋ ਜਾਂਦੀ ਆ ਤਦ ਕਹਿੰਦੇ ਅਦਰ ਥਿੰਗਸ ਬੀਇੰਗ ਕਨਸਟੈਂਟ ਕਿ ਪ੍ਰਾਈਸ ਇਨਕਰੀਜ਼ ਹੋਣ ਦੇ ਨਾਲ ਡਿਮਾਂਡ ਡਿਕਰੀਜ਼ ਹੋ ਜਾਏਗੀ ਤੇ ਪ੍ਰਾਈਸ ਡਿਕਰੀਜ਼ ਹੋਣ ਦੇ ਨਾਲ ਡਿਮਾਂਡ ਇਨਕਰੀਜ਼ ਹੋ ਜਾਏਗੀ ਐਂਡ ਦ ਸੈਕੰਡ ਇਜ਼ ਸੰਬੰਧਿਤ ਵਸਤੂਆਂ ਦੀ ਕੀਮਤ ਠੀਕ ਹੈ ਜਿਵੇਂ ਕਿ ਆਪਾਂ ਪ੍ਰਾਈਸ ਇਨ ਰਿਲੇਟਡ ਗੁड्स ਕਹਿੰਦੇ ਕ੍ਰਾਸ ਗੁड्स ਤੇ ਰਿਲੇਟਡ ਗੁड्स ਤੇ ਕੇਸ ਦੇ ਵਿੱਚ ਵੀ ਕਹਿੰਦੇ ਕੀ ਹੁੰਦਾ ਜਿਹੜਾ ਆਪਣਾ ਡਿਮਾਂਡ ਆ ਅਫੈਕਟ ਹੁੰਦੀ ਆ ਇਨ ਦਾ ਕੇਸ ਆਫ ਸਬਸਟੀਟਿਊਸ਼ਨ ਐਂਡ ਕੰਪਲੀਮੈਂਟਰੀ ਗੁड्स ਸਬਸਟੀਟਿਊਸ਼ਨ ਗੁड्स ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਟੀ ਐਂਡ ਕਾਫੀ ਆ ਤੇ ਇਹਨਾਂ ਦੇ ਵਿੱਚ ਕੀ ਹੋਏਗਾ ਅਗਰ ਟੀ ਦੀ ਪ੍ਰਾਈਸਿਸ ਇਨਕਰੀਜ਼ ਹੋ ਜਾਏਗੀ ਤਾਂ ਟੀ ਦੀ ਡਿਮਾਂਡ ਡਿਕਰੀਜ਼ ਹੋਏਗੀ ਉਹਦੀ ਜਗ੍ਹਾ ਤੇ ਕਾਫੀ ਦੀ ਡਿਮਾਂਡ ਇਨਕਰੀਜ਼ ਹੋ ਜਾਏਗੀ ਅਗਰ ਟੀ ਦੀ ਜਿਹੜੀ ਡਿਮਾਂਡ ਹੈ ਪ੍ਰਾਈਸ ਜਿਹੜੀ ਡਿਕਰੀਜ਼ ਹੋਏਗੀ ਤਾਂ ਕਾਫੀ ਦੀ ਜਿਹੜੀ ਡਿਮਾਂਡ ਹੈ ਉਹ ਡਿਕਰੀਜ਼ ਹੋ ਜਾਏਗੀ ਟੀ ਦੀ ਡਿਮਾਂਡ ਇਨਕਰੀਜ਼ ਹੋ ਜਾਏਗੀ ਐਂਡ ਸਬਸਟੀਟਿਊਸ਼ਨ ਗੁड्स ਦੇ ਕੇਸ ਦੇ ਵਿੱਚ ਵੀ ਕੀ ਆ ਜਿਹੜੀਆਂ ਹੈ ਆਪਣੀ ਡਿਮਾਂਡ ਅਫੈਕਟ ਹੁੰਦੀ ਹੈ ਜਦੋਂ ਕਿਸੇ ਵੀ ਐਕਸ ਗੁੱਡ ਦਾ ਪ੍ਰਾਈਸ ਚੇਂਜ ਹੁੰਦਾ ਤਾਂ ਉਸ ਦੇ ਨਾਲ ਵਾਈ ਗੁੱਡ ਦੀ ਜਿਹੜੀ ਡਿਮਾਂਡ ਆ ਉਹ ਅਫੈਕਟ ਹੋਏਗੀ ਐਂਡ ਦੂਸਰਾ ਹੈ ਰਿਲੇਟਡ ਗੁੱड्स ਦੇ ਕੇਸ ਦੇ ਵਿੱਚ ਸੰਬੰਧਿਤ ਵਸਤੂਆਂ ਦੇ ਕੇਸ ਦੇ ਵਿੱਚ ਕੰਪਲੀਮੈਂਟਰੀ ਗੁੱड्स ਹੋ ਗਿਆ ਜਿਵੇਂ ਕਿ ਕਾਰ ਐਂਡ ਪੈਟਰੋਲ ਹੋ ਗਿਆ ਤਾਂ ਇਹ ਪੂਰਕ ਗੁੱड्स ਹੁੰਦੀਆਂ ਨੇ ਜੋ ਇੱਕ ਦੂਸਰੇ ਨਾਲ ਸੰਬੰਧ ਰੱਖਦੀਆਂ ਨੇ ਇਹ ਦੋਨੋਂ ਗੁੱड्स ਦੀ ਡਿਮਾਂਡ ਮਿਲ ਕੇ ਹੀ ਇੱਕ ਫੰਕਸ਼ਨਿੰਗ ਕਰਦੀ ਆ ਅਗਰ ਕਹਿੰਦੇ ਕਾਰ ਦੀ ਜਿਵੇਂ ਕਿ ਪ੍ਰਾਈਸ ਇਨਕਰੀਜ਼ ਹੋਗੀ ਤਾਂ ਕਾਰ ਦੀ ਪ੍ਰਾਈਸ ਇਨਕਰੀਜ਼ ਹੋਣ ਦੇ ਨਾਲ ਕਾਰ ਦੀ ਡਿਮਾਂਡ ਘਟ ਜਾਏਗੀ ਜਿਹਦੇ ਨਾਲ ਪੈਟਰੋਲ ਦੀ ਡਿਮਾਂਡ ਵੀ ਘਟੇਗੀ ਕਿਉਂਕਿ ਕਾਰ ਦੀ ਡਿਮਾਂਡ ਕਰਕੇ ਲੋਕ ਕਾਰ ਘੱਟ ਚਲਾਉਂਦੇ ਨੇ ਤਾਂ ਕਾਰ ਦੇ ਵਿੱਚ ਪੈਟਰੋਲ ਪੈਂਦਾ ਹੈ ਤਾਂ ਪੈਟਰੋਲ ਦੀ ਡਿਮਾਂਡ ਵੀ ਆਟੋਮੈਟਿਕਲੀ ਕੀ ਹੋ ਜਾਏਗੀ ਘਟ ਜਾਏਗੀ ਅਗਰ ਕਹਿੰਦੇ ਕਾਰ ਦੀ ਪ੍ਰਾਈਸ ਘਟ ਗਈ ਤਾਂ ਕਾਰ ਦੀ ਡਿਮਾਂਡ ਇਨਕਰੀਜ਼ ਹੋਏਗੀ ਜਿਹਦੇ ਨਾਲ ਜਿਹੜਾ ਦਾ ਕੰਪਲੀਮੈਂਟਰੀ ਗੁੱਡ ਹੈ ਜਿਵੇਂ ਕਿ ਪੈਟਰੋਲ ਉਹਦੀ ਡਿਮਾਂਡ ਵੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ ਤਾਂ ਇਸ ਤਰ੍ਹਾਂ ਰਿਲੇਟਡ ਗੁੱड्स ਦੀਆਂ ਪ੍ਰਾਈਸਿਸ ਦੇ ਥਰੂ ਵੀ ਜਿਹੜੀ ਡਿਮਾਂਡ ਹੈ ਉਹ ਕੀ ਹੁੰਦੀ ਆ ਇਨਕਰੀਜ਼ ਡਿਕਰੀਜ਼ ਹੁੰਦੀ ਆ ਐਂਡ ਦ ਨੈਕਸਟ ਇਜ਼ ਦਾ ਇਨਕਮ ਆਫ ਕੰਜ਼ਿਊਮਰ ਉਪਭੋਗਤਾ ਦੀ ਆਮਦਨ ਕਹਿੰਦੇ numerically ਆਪਾਂ ਕਹਿ ਸਕਦੇ ਹਾਂ there is a positive relationship between the income of the consumer and demand for a goods ਕਹਿੰਦੇ ਨਾਰਮਲ ਗੁੱड्स ਦੇ ਕੇਸ ਦੇ ਵਿੱਚ ਕਹਿੰਦੇ ਕੀ ਹੁੰਦਾ ਹੈ ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਜਿਵੇਂ ਹੀ ਉਪਭੋਗਤਾ ਦੀ ਆਮਦਨ ਵੱਧਦੀ ਹੈ ਤਾਂ ਕੀ ਹੁੰਦਾ ਹੈ ਜਿਹੜੀ ਗੁੱड्स ਦੀ ਡਿਮਾਂਡ ਹੈ ਉਹ ਇਨਕਰੀਜ਼ ਹੁੰਦੀ ਹੈ ਪਹਿਲਾਂ ਮੇਰੇ ਕੋਲ 10,000 ਸੀਗੀ ਸਿਰਫ ਸੈਲਰੀ ਮੇਰੀ ਤਦ ਮੈਂ 100 ਗੁੱड्स ਬਾਈ ਕਰਦਾ ਸੀ ਲੇਕਿਨ ਹੁਣ ਮੇਰੀ 20,000 ਹੋ ਗਈ ਮੈਂ 200 ਗੁੱड्स ਬਾਈ ਕਰਦਾ ਤਾਂ ਇਟਸ ਮੀਨਸ ਮੇਰੀ ਡਿਮਾਂਡ ਕੀ ਹੈ ਇਨਕਰੀਜ਼ ਹੁੰਦੀ ਹੈ ਜਿੰਨੀ ਆਪਣੀ ਇਨਕਮ ਇਨਕਰੀਜ਼ ਹੋਏਗੀ ਉਨੀ ਆਪਣੀ
चॉइसिस वांट्स डिजायर्स इंक्रीज होंगे तो अपनी डिमांड भी उन्नी की होएगी इंक्रीज होएगी जिन्नी अपनी इनकम डिक्रीज होएगी उन्नी अपनी डिमांड्स उन्नियां ही डिक्रीज होंगे ओनली आप बेसिक गुड्स की डिमांड करेंगे तब कहते रिलेशनशिप बिटवीन द इनकम ऑफ द कंज्यूमर एंड डिमांड फॉर अ कमोडिटी इज डिस्कस्ड विद रेफरेंस टू थ्री लैवल्स से डिस्कस की जाती हैं इन द केस ऑफ नॉर्मल गुड्स inferior goods and necessities of a life and inexpensive goods ਕਹਿੰਦੇ 3 ਤਰ੍ਹਾਂ ਦੀਆਂ ਗੁੱਡਸ ਨੇ ਜਿਨ੍ਹਾਂ ਤੇ ਇਨਕਮ ਅਫੈਕਟ ਹੈ ਜਿਹੜਾ ਉਹ ਅਲੱਗ-ਅਲੱਗ ਪਏਗਾ ਜਿਵੇਂ ਕਿ ਨਾਰਮਲ ਗੁੱਡਸ ਦੇ ਕੇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਾਰਮਲ ਗੁੱਡਸ ਆਰ ਦੋਜ਼ ਗੁੱਡਸ the demand for which tends to increasing following the increasing consumer income ਜਿਹਨਾਂ ਵਿੱਚ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਜਿਵੇਂ ਕੰਜ਼ਿਊਮਰਸ ਦੀ ਇਨਕਮ ਇਨਕਰੀਜ਼ ਹੁੰਦੀ ਆ ਤਾਂ ਨਾਰਮਲ ਗੁੱਡਸ ਦੀ ਕੀ ਆ डिमांड भी इंक्रीज होंगी है अगर इनकम डिक्रीज होंगी है तो नॉर्मल गुड्स की डिमांड भी डिक्रीज होंगी है what in the case of inferior goods the inferior goods are those goods the demand for which tends to decline following a rise in consumers income it tends to increase following a fall in income so it is the inverse relationship between the inferior goods and income of the consumers क्योंकि ये इनफीरियर गुड्स ਨੂੰ ਘਟੀਆ ਕਿਸਮ ਦੀਆਂ ਵਸਤੂਆਂ ਮੰਨਿਆ ਜਾਂਦਾ ਹੈ ਜਿਵੇਂ ਹੀ ਕਹਿੰਦੇ ਕੰਜ਼ਿਊਮਰਸ ਦੀ ਇਨਕਮ ਇਨਕਰੀਜ਼ ਹੁੰਦੀ ਹੈ ਤਾਂ ਇਹਨਾਂ ਦੀ ਡਿਮਾਂਡ ਡਿਕਰੀਜ਼ ਕਰਕੇ ਇਹ ਦੂਸਰੀਆਂ ਜਿਹੜੀਆਂ ਨਾਰਮਲ ਗੁੱਡਸ ਨੇ ਉਹਨਾਂ ਦੀ ਡਿਮਾਂਡ ਇਨਕਰੀਜ਼ ਕਰ ਦਿੰਦਾ ਅਗਰ ਕੰਜ਼ਿਊਮਰ ਦੀ ਇਨਕਮ ਡਿਕਰੀਜ਼ ਹੁੰਦੀ ਹੈ ਘੱਟ ਹੁੰਦੀ ਆ ਤਦ ਕੰਜ਼ਿਊਮਰਸ ਨਾਰਮਲ ਗੁੱਡਸ ਨੂੰ ਬਾਏ ਨਹੀਂ ਕਰ ਸਕਦਾ ਤਦੋਂ ਜਿਹੜੀ ਇਨਫੀਰੀਅਰ ਗੁੱਡਸ ਹੁੰਦੀਆਂ ਨੇ ਘਟੀਆ ਕਿਸਮ ਦੀਆਂ ਵਸਤੂਆਂ ਉਹਨਾਂ ਨੂੰ ਕੀ ਕਰਦਾ ਹੈ ਬਾਏ ਕਰਦਾ ਹੈ and the third type है necessities of life and inexpensive goods कहते one may also study the relationship between the income of the consumer and his demand for necessities of life and inexpensive goods ਜਿਹੜੀਆਂ ਕਿ ਘੱਟ ਕੀਮਤ ਵਾਲੀਆਂ goods ਨੇ in the case of such goods as salt ਹੋ ਗਿਆ match box ਹੋ ਗਿਆ ਜਿਨ੍ਹਾਂ ਦੀਆਂ prices mostly ਕੀ ਰਹਿੰਦੀਆਂ ਨੇ fixed ਰਹਿੰਦੀਆਂ ਨੇ for example demand remains almost constant irrespective to the level of income ਜਿਵੇਂ ਕਿ ਸਾਲਟ ਹੈ ਸਾਲਟ ਤਾਂ ਆਪਾਂ ਉਨਾ ਹੀ ਖਾਣਾ ਐਵੇਂ ਨਹੀਂਗਾ ਕਿ ਆਪਾਂ ਇੱਕ ਦੀ ਜਗ੍ਹਾ 2 ਚਮਚ ਪਾ ਲਈ ਠੀਕ ਹੈ ਐਂਡ ਕਹਿੰਦੇ ਜਿਹੜਾ ਡਿਮਾਂਡ ਸਾਲਟ ਹੋ ਗਿਆ ਮੈਚਿੰਗ ਬਾਕਸ ਹੋ ਗਈ ਤਾਂ ਉਹਦੇ ਨੂੰ ਆਪਾਂ ਨੇ ਸਿਰਫ ਅੱਗ ਦੇ ਲਈ ਯੂਜ਼ ਕਰਨਾ ਹੈ ਤਾਂ ਖੇਡਣ ਦੇ ਲਈ ਤਾਂ ਨਹੀਂ ਕਰਨਾ ਹੈ ਤਾਂ ਕਹਿੰਦੇ ਚਾਹੇ ਇਨਕਮ ਇਨਕਰੀਜ਼ ਹੋਵੇ ਚਾਹੇ ਡਿਕਰੀਜ਼ ਹੋਵੇ ਕਹਿੰਦੇ ਜਿਹੜੀ ਇਨਐਕਸਪੈਂਸਿਵ ਗੁੱਡਸ ਨੇ ਤੇ ਨੈਸੈਸਿਟੀਜ਼ ਗੁੱਡਸ ਨੇ ਕਹਿੰਦੇ ਉਹਨਾਂ ਦੀ ਡਿਮਾਂਡ ਕੀ ਰਹੇਗੀ ਕਾਂਸਟੈਂਟ ਰਹੇਗੀ ਉਹਨਾਂ ਦੀ ਡਿਮਾਂਡ ਤੇ ਕੋਈ ਵੀ ਇਫੈਕਟ ਨਹੀਂ ਪਏਗਾ and the next is taste and preference ਕਹਿੰਦੇ ਜਿਹੜਾ ਕੰਜ਼ਿਊਮਰਸ ਦਾ ਟੇਸਟ ਐਂਡ ਪ੍ਰੈਫਰੈਂਸ ਹੈ ਉਸ ਚੀਜ਼ ਦਾ ਵੀ ਜਿਹੜੀ ਹੈ ਗੁੱਡਸ ਦੀ ਡਿਮਾਂਡ ਤੇ ਇਫੈਕਟ ਪੈਂਦਾ ਹੈ the demand for any good and services depends on individual taste and preference ਠੀਕ ਹੈ ਤਾਂ ਇਹਦੇ ਵਿੱਚ ਟੇਸਟ ਐਂਡ ਪ੍ਰੈਫਰੈਂਸ ਕਹਿੰਦੇ ਕੰਜ਼ਿਊਮਰਸ ਦਾ ਕਿਸ ਦੇ ਥਰੂ ਚੇਂਜ ਹੁੰਦਾ ਹੈ ਜਿਵੇਂ ਕਿ ਐਡਵਰਟਾਈਜ਼ਮੈਂਟਸ ਦੇ ਥਰੂ ਚੇਂਜ ਹੁੰਦਾ ਹੈ ਚੇਂਜ ਇਨ ਫੈਸ਼ਨ ਕਲਾਈਮੇਟ ठीक है न्यू इन्वेंशनस कहते ये थ्रू कहते कंज्यूमर्स की दिया चॉइसिस चेंज होंगे जिन्होंने करके डिमांड भी की चेंज होंगी कहते डिमांड फॉर दोज गुड्स कहते उन्होंने गुड्स की डिमांड ज़्यादा इंक्रीज होएगी जिन्हों के लिए कहते कंज्यूमर्स की टेस्ट ते प्रैफरेंस डिवेलप हो रहा है ਜਿਹੜੀਆਂ ਕੰਜ਼ਿਊਮਰਸ ਨੂੰ ਜ਼ਿਆਦਾ ਅੱਛੀਆਂ ਲੱਗਦੀਆਂ ਨੇ ਥਰੂ ਦਾ ਐਡਵਰਟਾਈਜ਼ਮੈਂਟ ਐਂਡ ਦੂਸਰੇ ਪ੍ਰੋਡਕਟਸ ਦੀ ਜਿਹੜੀ ਡਿਮਾਂਡ ਹੋ ਕੀ ਹੋ ਜਾਏਗੀ ਡਿਕਰੀਜ਼ ਹੋ ਜਾਏਗੀ ਜਿਨ੍ਹਾਂ ਨੂੰ ਕੰਜ਼ਿਊਮਰਸ ਪਹਿਲਾਂ ਯੂਜ਼ ਕਰਦਾ ਸੀਗਾ ਐਂਡ ਦ ਨੈਕਸਟ ਇਜ਼ कीमत तब्दीली ਦੀਆਂ ਸੰਭਾਵਨਾਵਾਂ ਜਿਹਨੂੰ ਆਪਾਂ ਫਿਊਚਰ ਐਕਸਪੈਕਟੇਸ਼ਨਸ ਕਹਿੰਦੇ ਆ ਕਹਿੰਦੇ ਕੰਜ਼ਿਊਮਰਸ ਐਕਸਪੈਕਟੇਸ਼ਨਸ about such things as product price product availability and future income is another determinant of demand ਕਹਿੰਦੇ ਕੰਜ਼ਿਊਮਰਸ ਕਿਸੇ ਵੀ ਪ੍ਰੋਡਕਟ ਦੀ ਡਿਮਾਂਡ ਫਿਊਚਰ ਨੂੰ ਦੇਖਦੇ ਹੋਏ ਵੀ ਕਰਦਾ ਹੈ ਫॉर एग्जांपल ਜਿਵੇਂ ਕਿ 골ਡ ਹੈ ਹੁਣ 골ਡ ਦਾ ਪ੍ਰਾਈਸ ਹੈ ਡੇ ਟੂ ਡੇ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ ਤਾਂ ਕਈ ਕੰਜ਼ਿਊਮਰਸ ਜਿਨ੍ਹਾਂ ਦੇ ਕੋਲ ਪੈਸਾ ਹੈ ਤਾਂ ਉਹ ਫਿਊਚਰਸ ਦੇ ਵਿੱਚ ਚਾਹੁੰਦੇ ਨੇ ਕਿ ਇਹਨਾਂ ਦੇ ਪ੍ਰਾਈਸਿਸ ਇਨਕਰੀਜ਼ ਹੋਣਗੇ ਤਾਂ ਉਹਨਾਂ ਦੀ ਜਗ੍ਹਾ ਤੇ ਉਹ ਹੁਣ ਇਹਨਾਂ ਦੀ ਡਿਮਾਂਡ ਕੀ ਨੇ ਇਨਕਰੀਜ਼ ਕਰ ਰਹੇ ਨੇ ਅਗਰ ਫਿਊਚਰਸ ਦੇ ਵਿੱਚ 골ਡ ਦੇ ਪ੍ਰਾਈਸਿਸ डिक्रीज होने की संभावना है तो ਜਿਹੜੇ ਕੰਜ਼ਿਊਮਰਸ ਨੇ ਉਹ ਇਹਨਾਂ ਨੂੰ ਹੁਣ ਬਾਏ ਨਹੀਂ ਕਰਨਗੇ ਇਨ ਦ ਕੇਸ ਆਫ ਫਿਊਚਰਸ ਦੇ ਵਿੱਚ ਉਹ ਇਹਨਾਂ ਦੀ ਜਿਹੜੀ ਡਿਮਾਂਡ ਉਹਨੂੰ ਕੀ ਕਰਨਗੇ ਇਨਕਰੀਜ਼ ਕਰਨਗੇ ਤਾਂ ਫਿਊਚਰ ਐਕਸਪੈਕਟੇਸ਼ਨਸ ਦੇ ਥਰੂ ਵੀ ਕੀਆ ਜਿਹੜਾ ਹੈ ਆਪਣਾ ਡਿਮਾਂਡ ਕਿਸੇ ਵੀ ਗੁੱਡ ਦੀ ਉਹ ਅਫੈਕਟ ਹੁੰਦੀ ਆ and the next is the जनसंख्या size and composition of population कहते population ਦੇ size ਤੇ ਵੀ ਜਿਹੜੀ ਹੈ ਆਪਣੀ demand depend ਕਰਦੀ ਆ ਅਗਰ population day by day increase ਹੋ ਰਹੀ ਹੈ ਤਾਂ ਇਟਸ ਮੀਨਸ ਗੁੱਡਸ ਦੀ demand ਵੀ ਕੀ ਆ increase ਹੋ ਰਹੀ ਹੈ ਅਗਰ population decrease ਹੋ ਰਹੀ ਹੈ ਤਾਂ ਇਟਸ ਮੀਨਸ ਗੁੱਡਸ ਦੀ demand ਵੀ ਕੀ ਆ decrease ਹੋ ਰਹੀ ਹੈ and the next is distribution of income
ਕਹਿੰਦੇ ਡਿਸਟ੍ਰੀਬਿਊਸ਼ਨ ਆਫ ਇਨਕਮ ਦਾ ਵੀ ਆਪਣੀ ਜਿਹੜੀ ਡਿਮਾਂਡ ਹੈ ਉਸ ਤੇ ਅਫੈਕਟ ਪੈਂਦਾ ਹੈ ਤਾਂ ਡਿਸਟ੍ਰੀਬਿਊਸ਼ਨਸ ਕਹਿੰਦੇ ਆ ਜਿਹੜੀ ਆਪਣੀ ਸੋਸਾਇਟੀ ਦੇ ਵਿੱਚ ਉਹ ਇਕੁਅਲੀ ਡਿਸਟ੍ਰੀਬਿਊਟ ਨਹੀਂ ਕੀਤੀ ਜਾਂਦੀ ਕਹਿੰਦੇ ਉਹ ਟੂ ਕਲਾਸਿਸ ਹੁੰਦੀਆਂ ਨੇ ਮੋਸਟਲੀ ਆਪਣੀ ਸੋਸਾਇਟੀ ਦੇ ਵਿੱਚ ਅਪਰ ਕਲਾਸ ਐਂਡ ਲੋਅਰ ਕਲਾਸ ਹੁਣ ਅਗਰ ਕਹਿੰਦੇ ਅਪਰ ਕਲਾਸ ਦੇ ਕੋਲ ਪੈਸਾ ਜ਼ਿਆਦਾ ਹੈ ਤਾਂ ਅਪਰ ਕਲਾਸ ਦੇ ਕੋਲ ਇਨਕਮ ਜ਼ਿਆਦਾ ਹੈ ਤੇ ਆਪਣਾ ਜਿਹੜਾ ਹੈ ਲੋਅਰ ਕਲਾਸ ਉਸਦੇ ਕੋਲ ਇਨਕਮ ਘੱਟ ਹੈ ਤਾਂ ਲੋਅਰ ਕਲਾਸ ਦੇ ਥਰੂ ਡਿਮਾਂਡ ਘੱਟ ਹੋਏਗੀ ਤੇ ਅਪਰ ਕਲਾਸ ਦੇ ਥਰੂ ਡਿਮਾਂਡ ਜ਼ਿਆਦਾ ਹੋਏਗੀ ਤੇ ਅਪਰ ਕਲਾਸ ਮੋਸਟਲੀ ਕਿਸ ਚੀਜ਼ ਦੀ ਡਿਮਾਂਡ ਕਰੇਗਾ ਲਗਜ਼ਰੀ ਗੁੱਡਸ ਜਿਵੇਂ ਕਿ ਐਲਈਡੀ ਹੋ ਗਿਆ ਟੀਵੀ ਹੋ ਗਿਆ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੋ ਗਈ ਕੈਮਰਾਸ ਹੋ ਗਿਆ ਮੋਬਾਈਲ ਫੋਨਸ ਹੋ ਗਏ ਸਮਾਰਟਫੋਨਸ ਕਹਿੰਦੇ ਇਸ ਤਰ੍ਹਾਂ ਦੇ ਪ੍ਰੋਡਕਟਸ ਦੀ ਜ਼ਿਆਦਾ ਡਿਮਾਂਡ ਕਰੇਗਾ ਤਾਂ ਇਸ ਤਰ੍ਹਾਂ ਦੇ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਹੋਏਗੀ ਲਗਜ਼ਰੀ ਗੁੱਡਸ ਦੀ ਐਂਡ ਜਿਹੜੀ ਨੈਸੈਸਿਟੀ ਤੇ ਕੰਫਰਟਸ ਗੁੱਡਸ ਨੇ ਉਹਨਾਂ ਦੀ ਡਿਮਾਂਡ ਕੀ ਹੋਏਗੀ ਲੈਸ ਹੋਏਗੀ ਤਾਂ ਇਹ ਸੀਗੇ ਉਹ ਫੈਕਟਰਸ ਜਿਹੜੇ ਆਪਣੇ ਡਿਮਾਂਡ ਕਰਵ ਨੂੰ ਕੀ ਕਰਦੇ ਨੇ ਅਫੈਕਟ ਕਰਦੇ ਨੇ ਤਾਂ ਹੁਣ ਤੱਕ ਅਸੀਂ ਕੀ ਕੀਤਾ ਹੈ ਇੱਕ ਵਾਰ ਦੇਖ ਲਈਏ ਸਭ ਤੋਂ ਪਹਿਲਾਂ ਅਸੀਂ ਕੀਤਾ ਹੈ ਕਿ ਜਿਹੜੀ ਮੰਗ ਹੈ ਉਹ ਕੀ ਹੈ ਤਾਂ ਇਹਦੇ ਵਿੱਚ ਕਿਸੇ ਮੰਗ ਕੀ ਹੈ ਕਹਿੰਦੇ ਜਦੋਂ ਕਹਿੰਦੇ 3 ਥਿੰਗਸ ਹੋਣ ਕਿਸੇ ਚੀਜ਼ ਨੂੰ ਖਰੀਦਣ ਦੀ ਸਾਡੀ ਡਿਜ਼ਾਇਰ ਹੋਵੇ ਵਿਲਿੰਗ ਹੋਈ ਅਸੀਂ ਕਿ ਉਹਨੂੰ ਖਰੀਦਣ ਦੇ ਲਈ ਅਸੀਂ ਏਬਲ ਵੀ ਹੋਈਏ ਤੇ ਕਿਸੇ ਪਾਰਟਿਕੂਲਰ ਟਾਈਮ ਪੀਰੀਅਡ ਤੇ ਪਾਰਟਿਕੂਲਰ ਪ੍ਰਾਈਸਿਸ ਤੇ ਅਸੀਂ ਉਹਦੀ ਡਿਮਾਂਡ ਵੀ ਕਰ ਲੈਂਦੇ ਤਾਂ ਇਟ ਇਜ਼ ਕਾਲਡ ਡਿਮਾਂਡ ਐਂਡ ਦ ਨੈਕਸਟ ਇਜ਼ ਮੰਗ ਦੀ ਪਰਿਭਾਸ਼ਾ ਕਹਿੰਦੇ ਮੰਗ ਡਾਕਟਰ ਵੀਰਾ ਦੇ ਅਨੁਸਾਰ ਕੀ ਦੱਸਦੀ ਆ ਉਹ ਮਾਤਰਾ ਹੈ ਕਿਸੇ ਵੀ ਪਦਾਰਥ ਦੀ ਜੋ ਇੱਕ ਸਮੇਂ ਵਿੱਚ ਇੱਕ ਦਿੱਤੀ ਹੋਈ ਕੀਮਤ ਤੇ ਖਰੀਦੀ ਜਾਂਦੀ ਆ The types of demand ਦੇ ਵਿੱਚ 3 ਟਾਈਪਸ ਸੀਗੀਆਂ ਜਿਹਦੇ ਵਿੱਚ ਫਰਸਟ ਸੀਗੀ ਪ੍ਰਾਈਸ ਡਿਮਾਂਡ ਸੈਕੰਡ ਸੀ ਇਨਕਮ ਡਿਮਾਂਡ ਐਂਡ ਥਰਡ ਸੀ ਕ੍ਰਾਸ ਡਿਮਾਂਡ ਜਿਹੜੀ ਪ੍ਰਾਈਸ ਡਿਮਾਂਡ ਸੀ ਉਹ ਸਾਨੂੰ ਦੱਸਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਐਂਡ ਡਿਮਾਂਡ ਐਂਡ ਇਨਕਮ ਐਂਡ ਡਿਮਾਂਡ ਦੇ ਵਿੱਚ ਰਿਲੇਸ਼ਨਸ਼ਿਪ ਦੱਸਦੀ ਹੈ ਐਂਡ ਕ੍ਰਾਸ ਡਿਮਾਂਡ ਸਾਨੂੰ ਜਿਹੜੀ ਹੈ ਕ੍ਰਾਸ ਗੁड्स ਦੇ ਕੇਸ ਦੇ ਵਿੱਚ ਜਿਵੇਂ ਕਿ ਸਬਸਟੀਟਿਊਸ਼ਨ ਐਂਡ ਕੰਪਲੀਮੈਂਟਰੀ ਗੁड्स ਦੇ ਕੇਸ ਦੇ ਵਿੱਚ ਡਿਮਾਂਡ ਦੱਸਦੀ ਹੈ ਲਾਅ ਆਫ ਡਿਮਾਂਡ ਤਾਂ ਲਾਅ ਆਫ ਡਿਮਾਂਡ ਸਾਨੂੰ ਕੀ ਦੱਸਦਾ ਹੈ ਕਿ ਹੋਰ ਗੱਲਾਂ ਸਮਾਨ ਰਹਿਣ ਤੇ ਵਿਦ ਅਦਰ ਜਿਹੜੇ ਫੈਕਟਰਸ ਨੇ ਉਹ ਫਿਕਸ ਰਹਿਣ ਤੇ ਕਿ ਵਸਤੂ ਦੀ ਕੀਮਤ ਦੇ ਵਿੱਚ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਜਿਹੜੀ ਗੁड्स ਦੀ ਡਿਮਾਂਡ ਹੋਵੇ ਕੀ ਹੋਏਗੀ ਇਨਕਰੀਜ਼ ਡਿਕਰੀਜ਼ ਹੋਏਗੀ ਵਸਤੂ ਦੀ ਕੀਮਤ ਘਟਣ ਦੇ ਨਾਲ ਵਸਤੂ ਦੀ ਡਿਮਾਂਡ ਵੱਧ ਜਾਏਗੀ ਵਸਤੂ ਦੀ ਕੀਮਤ ਵਧਣ ਦੇ ਨਾਲ ਵਸਤੂ ਦੀ ਡਿਮਾਂਡ ਘਟ ਜਾਏਗੀ ਮੰਗ ਦੇ ਨਿਯਮ ਦੀ ਵਿਆਖਿਆ ਦੇ ਵਿੱਚ ਕਹਿੰਦੇ ਕੀ ਆ 2 ਡਿਮਾਂਡ ਸ਼ਡਿਊਲਸ ਯੂਜ਼ ਕੀਤੇ ਜਾਂਦੇ ਨੇ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਐਂਡ ਇੰਡਸਟਰੀ ਔਰ ਮਾਰਕੀਟ ਡਿਮਾਂਡ ਸ਼ਡਿਊਲ ਜਿਹੜਾ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਹੈ ਉਹ ਇੱਕ ਕੰਜ਼ਿਊਮਰਸ ਇੱਕ ਇੰਡੀਵਿਜੂਅਲਸ ਦੇ ਦੁਆਰਾ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਜਿਹੜੀਆਂ ਕੁਆਂਟੀਟੀਜ਼ ਉਹ ਬਾਏ ਕਰ ਰਿਹਾ ਉਹਨਾਂ ਨੂੰ ਦਿਖਾ ਰਿਹਾ ਹੈ ਐਂਡ ਬਾਜ਼ਾਰ ਜਿਹੜਾ ਮੰਗ ਸੂਚੀ ਹੈ ਮਾਰਕੀਟ ਡਿਮਾਂਡ ਸ਼ਡਿਊਲ ਉਹ ਮਾਰਕੀਟ ਦੇ ਵਿੱਚ ਜਿੰਨੇ ਵੀ ਕੰਜ਼ਿਊਮਰਸ ਨੇ ਉਹਨਾਂ ਦੇ ਦੁਆਰਾ ਟੋਟਲ ਡਿਮਾਂਡ ਦਿਖਾ ਰਿਹਾ ਜੋ ਕਿ ਉਹ ਕਰਦੇ ਨੇ ਡਿਫਰੈਂਟ ਪ੍ਰਾਈਸਿਸ ਆਫ ਦਾ ਗੁੱਡਸ ਐਂਡ ਦ ਨੈਕਸਟ ਇਜ਼ ਵਿਅਕਤੀਗਤ ਮੰਗ ਪੱਖਰ ਜਦੋਂ ਇੰਡੀਵਿਜੂਅਲਸ ਡਿਮਾਂਡ ਸ਼ਡਿਊਲ ਨੂੰ ਆਪਾਂ ਗ੍ਰਾਫਿਕ ਵੇ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਇਟ ਇਜ਼ ਕਾਲਡ ਇੰਡੀਵਿਜੂਅਲ ਡਿਮਾਂਡ ਕਰਵ ਐਂਡ ਮਾਰਕੀਟ ਡਿਮਾਂਡ ਸ਼ਡਿਊਲ ਨੂੰ ਰਿਪਰੈਜ਼ੈਂਟ ਕਰਦੇ ਆ ਗ੍ਰਾਫਿਕ ਵੇ ਦੇ ਨਾਲ ਤਾਂ ਇਹ ਕੀ ਕਵਾਂਗੇ ਆਪਾਂ ਨੂੰ ਮਾਰਕੀਟ ਡਿਮਾਂਡ ਕਰਵ ਬੋਲਾਂਗੇ ਐਂਡ ਬਾਜ਼ਾਰ ਮੰਗ ਵਕਰ ਜਿਹੜੇ ਟੋਟਲ ਕੰਜ਼ਿਊਮਰਸ ਨੇ ਉਹਨਾਂ ਦੀ ਡਿਮਾਂਡ ਸਾਨੂੰ ਦਿਖਾ ਰਿਹਾ ਤਾਂ ਲੈਫਟ ਟੂ ਰਾਈਟ ਜਿਹੜੀ ਡਿਮਾਂਡ ਕਰਵ ਹੁੰਦੀ ਆ ਉਹ ਕਿਉਂ ਹੁੰਦੀ ਆ ਉਹਦੇ ਮੇਨ ਰੀਜ਼ਨਸ ਕੀ ਨੇ diminishing marginal utility income effect substitution effects and new consumers a group of consumers and alternative uses ਤੇ ਮੰਗ ਫਲਨ ਨੂੰ ਕਿਹੜੇ ਤੱਤ ਨਿਰਧਾਰਿਤ ਕਰਦੇ ਨੇ own goods ਦੀ price and substitution goods ਦੀ price consumers ਦੀ incomes and consumers ਦਾ taste and preference and ਜਿਹੜੀ ਹੈ future expectations and population and distribution of income ਤੇ ਇਹ ਸੀ ਆਪਣਾ ਅੱਜ ਦਾ ਟੌਪਿਕ ਤੇ ਕੱਲ ਅਸੀਂ ਕਰਾਂਗੇ ਮੰਗ ਵਿੱਚ ਪਰਿਵਰਤਨ ਠੀਕ ਹੈ ਜਿਹਦੇ ਵਿੱਚ ਅਸੀਂ ਐਕਸਟੈਂਸ਼ਨ ਐਂਡ ਕੰਟਰੈਕਸ਼ਨ ਇਨ ਡਿਮਾਂਡ ਐਂਡ ਇਨਕਰੀਜ਼ ਐਂਡ ਡਿਕਰੀਜ਼ ਇਨ ਡਿਮਾਂਡ ਦੇਖਾਂਗੇ ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ